ਬਾਰਡਰ ਤੋਂ ਦਿੱਲੀ ਦੇ ਲਈ ਰਵਾਨਾ ਹੋਇਆ ਕਿਸਾਨਾਂ ਦਾ ਜਥਾ। ਅੱਜ ਤੋਂ ਜੰਤਰ ਮੰਤਰ ਤੇ ਰੋਜ਼ਾਨਾ ਲਗਾਉਣਗੇ ਕਿਸਾਨ ਸੰਸਦ। ਪੁਲਿਸ ਦੀ ਨਿਗਰਾਨੀ 'ਚ 9 ਅਗਸਤ ਤੱਕ ਚੱਲੇਗਾ ਪ੍ਰਦਰਸ਼ਨ। ਕਿਸਾਨਾਂ ਦੇ ਪ੍ਰਦਰਸ਼ਨ ਨੂੰ ਲੈ ਕੇ ਪੁਲਿਸ ਅਲਰਟ। ਸਿੰਘੂ ਬਾਰਡਰ ਤੋਂ ਲੈ ਕੇ ਜੰਤਰ ਮੰਤਰ ਤੱਕ ਭਾਰੀ ਸੁਰੱਖਿਆ ਬਲ ਤੈਨਾਤ। ਪ੍ਰਦਰਸ਼ਨ 'ਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਚੁਣੇ ਕਿਸਾਨਾਂ ਨੂੰ ਹੀ ਸ਼ਾਮਲ ਹੋਣ ਦੀ ਇਜਾਜ਼ਤ। ਸੰਸਦ ਦੇ ਮੌਨਸੂਨ ਇਜਲਾਸ ਦਾ ਅੱਜ ਤੀਜਾ ਦਿਨ। ਪੈਗਾਸਸ ਕਿਸਾਨੀ ਮੁੱਦੇ ਤੇ ਮਹਿੰਗਾਈ ਦੇ ਮੁੱਦੇ ਤੇ ਹੰਗਾਮੇ ਦੇ ਪੂਰੇ ਆਸਾਰ। ਕਿਸਾਨਾਂ ਨੇ तमाम ਸੰਸਦਾਂ ਨੂੰ ਬਾਕੀ ਮੁੱਦੇ ਛੱਡ ਸਿਰਫ ਖੇਤੀ ਕਾਨੂੰਨਾਂ ਤੇ ਫੋਕਸ ਕਰਨ ਦੀ ਦਿੱਤੀ ਹੈ ਹਿਦਾਇਤ। ਸਿੱਧੂ ਦੇ ਤਾਜਪੋਸ਼ੀ ਦੇ ਸਮਾਗਮ ਲਈ ਅੱਜ ਕੈਪਟਨ ਨੂੰ ਦਿੱਤਾ ਜਾਵੇਗਾ ਸੱਦਾ। ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ ਖੁਦ ਕੈਪਟਨ ਨਾਲ ਮੁਲਾਕਾਤ ਕਰਕੇ ਸੌਂਪਣਗੇ ਸੱਦਾ ਪੱਤਰ। ਸੂਤਰਾਂ ਮੁਤਾਬਕ ਸੱਦੇ ਤੇ ਸਿੱਧੂ ਸਣੇ ਕਰੀਬ 60 ਵਿਧਾਇਕਾਂ ਦੇ ਹਸਤਾਖਰ। ਸਿੱਧੂ ਦੀ ਤਾਜਪੋਸ਼ੀ ਤੋਂ ਪਹਿਲਾਂ ਕਾਂਗਰਸ 'ਚ ਵਿਧਾਇਕਾਂ ਦੇ ਨੰਬਰ ਗੇਮ ਤੇ ਸੰਗਰਾਮ। ਸਿੱਧੂ ਖੇਮੇ ਦਾ ਦਾਅਵਾ ਕੱਲ 60 ਤੋਂ ਜ਼ਿਆਦਾ ਵਿਧਾਇਕ ਪਹੁੰਚੇ ਅੰਮ੍ਰਿਤਸਰ, ਪਰ ਕੈਪਟਨ ਖੇਮੇ ਮੁਤਾਬਕ 60 ਨਹੀਂ ਬਲਕਿ ਕਰੀਬ 40 ਵਿਧਾਇਕ ਹੋਏ ਸ਼ਾਮਿਲ। ਅਕਾਲੀ ਆਗੂ ਚਰਨਜੀਤ ਬਰਾੜ ਵੱਲੋਂ ਸਿੱਧੂ ਦੀ ਪੋਸਟ ਕੀਤੀ ਤਸਵੀਰ ਤੇ ਛਿੜਿਆ ਵਿਵਾਦ। ਹੱਥ 'ਚ ਇੰਦਰਾ ਗਾਂਧੀ ਦੀ ਫੋਟੋ ਫੜੇ ਨਜ਼ਰ ਆ ਰਹੇ ਨੇ ਸਿੱਧੂ। ਤਾਂ ਕਾਂਗਰਸ ਨੇ ਤਸਵੀਰ ਨੂੰ ਕਿਹਾ ਫੇਕ, ਕਿਹਾ ਐਡਿਟ ਕਰਕੇ ਪਾਈ ਗਈ ਹੈ ਫੋਟੋ। ਹਰਿਆਣਾ 'ਚ ਬਰਡ ਫਲੂ ਨੇ ਲਈ ਬੱਚੇ ਦੀ ਜਾਨ। ਦਿੱਲੀ ਦੇ ਏਮਸ 'ਚ 11 ਸਾਲ ਦੇ ਬੱਚੇ ਦੀ ਮੌਤ। H5N1 ਵਾਇਰਸ ਨਾਲ ਸੰਕਰਮਿਤ ਸੀ ਬੱਚਾ। ਨਾਭਾ ਤੋਂ ਸਾਹਮਣੇ ਆਈਆਂ ਗੁੰਡਾਗਰਦੀ ਦੀਆਂ ਤਸਵੀਰਾਂ। 15-20 ਬਦਮਾਸ਼ਾਂ ਨੇ ਤਲਵਾਰਾਂ ਦੇ ਨਾਲ 2 ਨੌਜਵਾਨਾਂ ਤੇ ਕੀਤਾ ਹਮਲਾ। CCTV 'ਚ ਕੈਦ ਹੋਈਆਂ ਤਸਵੀਰਾਂ। ਜ਼ਖਮੀਆਂ ਦੀ ਹਾਲਤ ਗੰਭੀਰ। ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਮਰਿਤ ਵਿਰਦੀ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਕਿਸਾਨਾਂ ਦੇ ਹੱਲਾ ਬੋਲ ਦੇ ਨਾਲ। ਤਾਂ ਜੰਤਰ ਮੰਤਰ ਦੇ ਲਈ ਰਵਾਨਾ ਹੋ ਗਏ ਨੇ ਕਿਸਾਨ। ਸਿੰਘੂ ਬਾਰਡਰ ਤੋਂ ਬੱਸਾਂ ਦੇ ਵਿੱਚ ਬੈਠ ਕੇ ਕਿਸਾਨ ਜੰਤਰ ਮੰਤਰ ਦੇ ਲਈ ਰਵਾਨਾ ਹੋਏ ਨੇ। ਤੇ ਦੱਸ ਦਈਏ ਕਿ 5 ਬੱਸਾਂ ਜੰਤਰ ਮੰਤਰ ਜਾਣਗੀਆਂ। 40 ਕਿਸਾਨ ਇੱਕ ਬੱਸ ਦੇ ਵਿੱਚ ਬੈਠਣਗੇ ਤੇ ਯਾਨੀ ਕਿ 5 ਬੱਸਾਂ ਦੇ ਵਿੱਚ 200 ਕਿਸਾਨ ਬੈਠਣਗੇ। 200 ਕਿਸਾਨਾਂ ਨੂੰ ਹੀ ਇਜਾਜ਼ਤ ਜੋ ਹੈ ਉਹ ਦਿੱਤੀ ਗਈ ਹੈ। ਤੇ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਪੁਲਿਸ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਮੁਸਤੈਦ ਨਜ਼ਰ ਆ ਰਿਹਾ ਹੈ। ਤਾਂ ਸਿੰਘੂ ਬਾਰਡਰ ਤੋਂ ਕਿਸਾਨ ਰਵਾਨਾ ਹੋਏ ਨੇ। ਥੋੜੀ ਦੇਰ ਦੇ ਵਿੱਚ ਜੰਤਰ ਮੰਤਰ ਪਹੁੰਚ ਜਾਵੇਗਾ ਕਿਸਾਨਾਂ ਦਾ ਜੱਥਾ। ਪੁਲਿਸ ਦੀਆਂ ਬੱਸਾਂ ਦੇ ਵਿੱਚ ਕਿਸਾਨ ਜਾ ਰਹੇ ਨੇ ਤੇ 11 ਵਜੇ ਕਿਸਾਨਾਂ ਦੀ ਸੰਸਦ ਸ਼ੁਰੂ ਹੋਵੇਗੀ। ਤਾਂ ਰੋਜ਼ਾਨਾ ਜੰਤਰ ਮੰਤਰ ਤੇ ਕਿਸਾਨਾਂ ਦੀ ਸੰਸਦ ਲੱਗੇਗੀ। ਰੋਜ਼ਾਨਾ 200 ਕਿਸਾਨਾਂ ਨੂੰ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਗਈ ਹੈ। ਤੇ 9 ਅਗਸਤ ਤੱਕ ਸੰਸਦ ਦਾ ਮੌਨਸੂਨ ਇਜਲਾਸ ਚੱਲੇਗਾ। ਉਸੇ ਤਰ੍ਹਾਂ 9 ਅਗਸਤ ਤੱਕ ਜੰਤਰ ਮੰਤਰ ਤੇ ਕਿਸਾਨਾਂ ਦੀ ਸੰਸਦ ਵੀ ਚੱਲੇਗੀ। ਤਾਂ ਇਹ ਤਸਵੀਰਾਂ ਜੋ ਨੇ ਉਹ ਬੱਸ ਦੀਆਂ ਜਿਸ ਦੇ ਵਿੱਚ ਬੈਠ ਕੇ ਕਿਸਾਨ ਰਵਾਨਾ ਹੋਏ ਨੇ। ਤਾਂ ਜਕਾਰਿਆਂ ਦੀ ਗੂੰਜ ਦੇ ਵਿਚਾਲੇ ਕਿਸਾਨਾਂ ਦੇ ਇਸ ਜਥੇ ਨੂੰ ਰਵਾਨਾ ਕੀਤਾ ਗਿਆ ਹੈ। ਬਹੁਤ ਸਾਰੇ ਕਿਸਾਨ ਨੇ ਜੋ ਨਾਲ ਜਾਣ ਦੀ ਅਜੇ ਵੀ ਜੋ ਮੰਗ ਕਰ ਰਹੇ ਸੀ, ਪਰ ਕਿਉਂਕਿ ਸਿਰਫ 200 ਕਿਸਾਨਾਂ ਨੂੰ ਜਾਣ ਦੀ ਇਜਾਜ਼ਤ ਮਿਲੀ ਹੈ, ਇਸ ਲਈ ਕਿਸਾਨ ਜਥੇਬੰਦੀਆਂ ਨੇ ਫੈਸਲਾ ਲਿਆ ਹੈ ਕਿ ਹਰ ਰੋਜ਼ ਕਿਸਾਨ ਬਦਲ ਕੇ ਜਾਣਗੇ ਤਾਂ ਕਿ ਜੋ ਸਾਰੇ ਕਿਸਾਨਾਂ ਨੂੰ ਮੌਕਾ ਦਿੱਤਾ ਜਾ ਸਕੇ। ਹਰ ਜਥੇਬੰਦੀ ਦੇ ਕੁਝ ਕਿਸਾਨ ਜੋ ਨੇ ਉਹ ਸ਼ਾਮਿਲ ਹੋਣਗੇ ਤੇ ਹਰ ਰੋਜ਼ ਜੰਤਰ ਮੰਤਰ ਤੇ ਧਰਨਾ ਲਗਾਉਣ ਦੇ ਲਈ ਜਾਣਗੇ। ਸਿੱਧਾ ਰੁਕ ਕਰਦੇ हैं रवि मिश्रा साडे सहयोगी जुड़े हुए ने लाइव जंतर मंतर तो रवि, फिलहाल कितना समय कहा जा रहा है, कब तक किसानों का जो ये काफिला है वो वहां पर पहुंचेगा और आगे किस तरह की तैयारी की गई है? बिल्कुल, देखिए तकरीबन 11 बजे से पहले किसान जथेबंदी यहाँ पर पहुँच जाएंगे। 5 बसों में 40-40 करके 200 किसान यहाँ पर पहुँच रहे हैं। दिल्ली पुलिस की निगरानी में वो किसान यहाँ पहुँचेंगे। आपको बता दूं कि जंतर मंतर को पूरी तरीके से छावनी में तब्दील कर दिया गया है। आपको नज़ारा दिखाना चाहूँगा कि शासन प्रशासन यहाँ पर काफ़ी मुस्तैद है। दिल्ली पुलिस, CRPF के जवान, रैपिड एक्शन पुलिस और दिल्ली पुलिस के बड़े आला अधिकारी यहाँ पर मौके पर मौजूद हैं। किसी प्रकार की अनहोनी ना हो, सब कुछ सुचारू रूप से चले, जिसकी जिम्मेदारी दिल्ली पुलिस के कंधों पर है। और कहीं ना कहीं आज इस जिम्मेदारी की परीक्षा भी देखने को मिलेगी, क्योंकि 500 से 600 मीटर की दूरी पे ही संसद भवन है। तो जंतर मंतर पर यहाँ पर किसानों का संसद चलेगा, तो कह सकते हैं कि संसद भवन पे देश की संसद चलेगी। और कहीं ना कहीं इसको किसानों की संसद बनाम देश की संसद का नाम दिया जा रहा है।
आप देख सकते हैं कि जो मीडिया कर्मी है उनको फिलहाल अंदर जाने की इजाज़त नहीं है, मगर इस बैरिकेडिंग के उस पार आपको बता दूं कि दिल्ली पुलिस ने काफ़ी इंतज़ाम कर रखे हैं किसान के बैठने के लिए, उनके खाने पीने के लिए। और यहाँ पर 11 बजे किसान पहुँचेंगे और 5 बजे जिन बसों में वो यहाँ पर आएंगे उन्हीं बसों में बैठकर वापस रवाना सिंघू बॉर्डर के लिए हो जाएंगे। लगातार जब तक संसद भवन चलेगी 9 अगस्त तक यहाँ पर किसान पहुँचेंगे और 200 की जत्थेबंदी यहाँ पर पहुँचेगी। तमाम लोगों के आईडी कार्ड्स होंगे, उनका पहचान पत्र उनके साथ होगा और ये पहचान पत्र संयुक्त किसान मोर्चा की मोहर द्वारा पंजीकृत होगा, ताकि उनकी पहचान कर ये जो आला अधिकारी हैं वो यहाँ से उनको अंदर जाने देंगे, जिसके बाद उनका प्रोटेस्ट चलेगा। तो साफ तौर पे किसान मांग कर रहे थे कि संसद के बाहर उन्हें प्रोटेस्ट करना है, जिसकी मंजूरी उन्हें नहीं मिलती है, मगर लगातार दिल्ली पुलिस के 7 बैठकों के बाद उनको आखिरकार मंजूरी मिल जाती है। तो किसान के आंदोलन दृष्टिकोण से देखें तो आज का दिन काफ़ी महत्वपूर्ण और अहम माना जा रहा है, क्योंकि 8वें महीने की दहलीज में ये किसान आंदोलन है। जल्द ही 8 महीने उसको पूरे हो जाएंगे और किसान लगातार 3 कृषि कानून के विरोध में लगातार प्रोटेस्ट करने के लिए जुटे हुए हैं। जी रवि, तो इसी तरह हमारे दर्शकों के साथ साझा करते रहिए। जैसे ही किसान पहुंचेंगे कैसी तस्वीर सामने आती है वो भी अपने दर्शकों को दिखाएंगे। आप तस्वीरें दिखाते रहिए। फिलहाल साडे नाल बूटा सिंह शादीपुर जुड़े ने किसान आगू ने। तो बूटा सिंह जी, बात हो गई है किसानां दी संसद लगाउण जा रहे हो, की कुछ तैयारी की गई है, की प्लान है पूरा अज दा? देखो, ਅਸੀਂ ਆਪਣੀਆਂ ਹੱਕੀ ਮੰਗਾਂ ਜਿਹੜੀਆਂ ਉਹਨਾਂ ਦੇ ਖਾਤਰ ਲੜ ਰਹੇ ਹਾਂ ਤੇ ਉਹਨਾਂ ਦੀ ਉਹੀ ਆਵਾਜ਼ ਹੈ ਜਿਹੜੀ ਅਸੀਂ ਆਪਣਾ ਪਾਰਲੀਮੈਂਟ ਸੈਸ਼ਨ ਲਾ ਕੇ ਕਿਸਾਨ ਪਾਰਲੀਮੈਂਟ ਸੈਸ਼ਨ ਹੈ ਜਿਹੜਾ ਉਹਦੇ ਵਿੱਚ ਆਪਣੀਆਂ ਗੱਲਾਂ ਜਿਹੜੀਆਂ ਕਰਾਂਗੇ। ਦੂਜੀ ਗੱਲ ਹੈ ਜਿਹੜਾ ਅਸੀਂ ਐਤਕਾਂ ਪਹਿਲੀ ਵਾਰ ਵਿਪ ਜਾਰੀ ਕਰਿਆ ਜੀ ਇਹ ਸਾਰੇ ਸੰਸਦ ਮੈਂਬਰਾਂ ਨੂੰ ਕਿ ਕੋਈ ਵੀ ਸੰਸਦ ਮੈਂਬਰ ਹੈ ਜਿਹੜਾ ਉਹ ਗੈਰ ਹਾਜ਼ਰ ਨਹੀਂ ਹੋਊਗਾ ਪਾਰਲੀਮੈਂਟ ਦੇ ਅੰਦਰੋਂ। ਤੇ ਦੂਜਾ ਉਹ ਅੰਦਰ ਡਟ ਕੇ ਜਿਹੜੀ ਆਵਾਜ਼ ਕਿਸਾਨੀ ਦੀ ਉਹ ਉਠਾਉਣਗੇ। ਤੇ ਤੀਜੀ ਗੱਲ ਇਹ ਕਿ ਉਹਨਾਂ ਚਿਰ ਕੋਈ ਹੋਰ ਕੰਮਕਾਜ ਨਹੀਂ ਹੋਣ ਦੇਣਗੇ ਜਿੰਨਾ ਚਿਰ ਕਿਸਾਨੀ ਮਸਲੇ ਤੇ ਗੱਲ ਨਹੀਂ ਹੁੰਦੀ। ਲੱਗਦਾ ਹੈ ਬੂਟਾ ਸਿੰਘ ਸ਼ਾਦੀਪੁਰ ਜੀ, ਲੱਗਦਾ ਹੈ ਕਿ ਇਸ ਵਿਪ ਦਾ ਅਸਰ ਹੋਵੇਗਾ? ਬਿਲਕੁਲ ਜੀ, ਵਿਪ ਦਾ ਅਸਰ ਹੋਵੇਗਾ। ਕੱਲ ਹੁਣੇ ਮੈਨੂੰ ਆ ਪੱਤਰਕਾਰੀ ਤੁਹਾਨੂੰ ਦੱਸ ਰਹੇ ਸੀ ਕਿ ਪਾਰਲੀਮੈਂਟ ਦੇ ਅੰਦਰ ਪ੍ਰਧਾਨ ਮੰਤਰੀ ਨੂੰ ਬੋਲਣ ਨਹੀਂ ਦਿੱਤਾ ਗਿਆ। ਇਹ ਉਸ ਵਿਪ ਦਾ ਹੀ ਅਸਰ ਹੈ ਤਾਂ, ਕਿਉਂਕਿ ਹਰ ਇੱਕ ਨੂੰ ਇਸ ਗੱਲ ਦੀ ਅਸੀਂ ਚੇਤਾਵਨੀ ਪੱਤਰ ਜਿਹੜਾ ਭੇਜਿਆ ਵਿਪ ਦੀ ਜਾਰੀ ਕਰੀ ਹੈ, ਚੇਤਾਵਨੀ ਦਿੱਤੀ ਹੈ ਨਾਲ ਕਿ ਜਿੰਨੇ ਅੰਦਰ ਗੱਲ ਨਾ ਕੀਤੀ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਦਾ ਪਿੰਡਾਂ ਦੇ ਵਿੱਚ ਬਾਹਰ ਵਿਰੋਧ ਹੋਊਗਾ, ਉਹਨਾਂ ਨੂੰ ਲੋਕ ਪਿੰਡਾਂ ਵਿੱਚ ਨਹੀਂ ਵੜਨ ਦੇਣਗੇ। ਤੇ ਉਹੀ ਹਾਲਾਤ ਹੋਣਗੇ ਜਿਵੇਂ ਭਾਜਪਾ ਨੂੰ ਲੋਕ ਪਿੰਡਾਂ 'ਚ ਨਹੀਂ ਵੜਨ ਦੇਣਗੇ, ਉਹ ਮੈਂਬਰ ਪਾਰਲੀਮੈਂਟ ਦਾ ਉਹ ਆਊਗਾ। ਇਸ ਕਰਕੇ ਅੰਦਰ ਡਟ ਕੇ ਗੱਲ ਕਰ ਰਹੇ ਨੇ, ਕਿਉਂਕਿ ਲੋਕਾਂ ਨੇ ਆਪਣੀਆਂ ਵੋਟਾਂ ਇਹਨਾਂ ਨੂੰ ਪਾ ਕੇ ਉੱਥੇ ਪਾਰਲੀਮੈਂਟ ਦੇ ਅੰਦਰ ਆਪਣੀ ਲੜਾਈ ਲੜਨ ਵਾਸਤੇ ਭੇਜਿਆ ਹੁੰਦਾ ਹੈ। ਤੇ ਜੇ ਉੱਥੇ ਜਾ ਕੇ ਨਾ ਸੌਂ ਕੇ ਆ ਜਾਣਾ ਉਹਦਾ ਵੀ ਫਾਇਦਾ ਹੈ, ਜਾਂ ਚਾਹ ਪਾਣੀ ਪੀ ਕੇ ਪਕੌੜੇ ਛੱਕ ਕੇ ਆਣਾ ਉਹਦਾ ਕੋਈ ਫਾਇਦਾ ਨਹੀਂ। ਐਦਾਂ ਇਹ ਲੜਾਈ ਲੜਨਗੇ ਔਰ ਇਹਨਾਂ ਨੂੰ ਲੜਨੀ ਪਊਗੀ ਜਿਹੜਾ ਅਸੀਂ ਵਿਪ ਜਾਰੀ ਕੀਤਾ। ਬੂਟਾ ਸਿੰਘ ਸ਼ਾਦੀਪੁਰ ਜੀ, ਤੁਸੀਂ ਬਣੇ ਰਹੋ ਸਾਡੇ ਨਾਲ। ਹਰਜੀਤ ਗਰੇਵਾਲ ਵੀ ਜੁੜੇ ਨੇ, ਬੀਜੇਪੀ ਆਗੂ ਨੇ। ਤਾਂ ਹਰਜੀਤ ਗਰੇਵਾਲ ਜੀ, ਇੱਕ ਪਾਸੇ ਦੇਸ਼ ਦੇ ਵਿੱਚ ਬਜਟ ਮੌਨਸੂਨ ਇਜਲਾਸ ਚੱਲ ਰਿਹਾ ਹੈ ਸੈਸ਼ਨ ਦਾ ਪਾਰਲੀਮੈਂਟ ਦਾ, ਦੂਜੇ ਪਾਸੇ ਕਿਸਾਨਾਂ ਨੇ ਪੈਰਲਲ ਬਰਾਬਰ ਤੇ ਆਪਣੀ ਸੰਸਦ ਲਗਾ ਦਿੱਤੀ ਹੈ। ਅੱਜ ਤੋਂ ਕਿਸਾਨ ਜੰਤਰ ਮੰਤਰ ਤੇ ਬੈਠਣ ਜਾ ਰਹੇ ਨੇ, ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਸ਼ਾਂਤਮਈ ਤਰੀਕੇ ਨਾਲ ਅਨੁਸ਼ਾਸਨ 'ਚ ਰਹਿੰਦੇ ਹੋਏ ਕਿਸੇ ਨੂੰ ਵੀ ਅੰਦੋਲਨ ਕਰਨ ਦਾ ਔਰ ਵਿਰੋਧ ਕਰਨ ਦਾ ਅਧਿਕਾਰ ਆ। ਉੱਥੇ ਜੰਤਰ ਮੰਤਰ ਤੇ ਬਹੁਤ ਸਾਰੇ ਸਮਾਜ ਦੇ ਅਲੱਗ-ਅਲੱਗ ਵਰਗ ਸਮੇਂ-ਸਮੇਂ ਤੇ ਇਸ ਤਰ੍ਹਾਂ ਦੇ ਅੰਦੋਲਨ ਕਰਦੇ ਰਹਿੰਦੇ ਆ ਤੇ ਉਹਦੇ 'ਚ ਕੋਈ ਕਿਸੇ ਨੂੰ ਤਕਲੀਫ ਨਹੀਂ ਹੈ ਕਿ ਆਮ ਜਨਤਾ ਨੂੰ ਤਕਲੀਫ ਦਿੱਤੇ ਬਿਨਾਂ ਅਗਰ ਅੰਦੋਲਨ ਚੱਲੇ, ਕਿਸੇ ਦੇ ਕੰਮਾਂ 'ਚ ਵਾਧਾ ਪਾਏ ਬਿਨਾਂ, ਤਾਂ ਕਿਸੇ ਨੂੰ ਕੋਈ ਤਕਲੀਫ ਨਹੀਂ ਹੈ। ਉਹਨਾਂ ਨੂੰ ਆਪਣੀ ਗੱਲ ਕਹਿਣ ਦਾ ਹੱਕ ਆ। ਪਰ ਜੇ ਕੋਈ ਡਿਸਟਰਬੈਂਸ ਕਰੇ ਔਰ ਜੇ ਕੋਈ ਕਿਸੇ ਨੂੰ ਤਕਲੀਫ ਦੇਵੇ ਉਹ ਠੀਕ ਨਹੀਂ ਹੁੰਦਾ। ਔਰ ਜਿਸ ਤਰ੍ਹਾਂ ਪਹਿਲਾਂ 26 ਜਨਵਰੀ ਨੂੰ ਹੋਇਆ ਸੀ, ਬਾਕੀ ਇਹਦੇ 'ਚ ਕਿਸੇ ਨੂੰ ਕੋਈ ਤਕਲੀਫ ਨਹੀਂ। ਤਾਂ ਹਰਜੀਤ ਗਰੇਵਾਲ ਜੀ, ਤੁਸੀਂ ਸੁਣਿਆ ਬੂਟਾ ਸਿੰਘ ਸ਼ਾਦੀਪੁਰ ਜੀ ਨੇ ਵੀ ਦੱਸਿਆ ਇੱਕ ਵਿਪ ਜਾਰੀ ਕੀਤਾ ਗਿਆ ਹੈ ਕਿਸਾਨਾਂ ਦੇ ਵੱਲੋਂ तमाम ਵਿਰੋਧੀ ਪਾਰਟੀਆਂ ਨੂੰ, ਗੈਰ ਬੀਜੇਪੀ ਸਾਂਸਦਾਂ ਨੂੰ। ਇਸੇ ਦੇ ਤੌਰ ਤੇ ਚੇਤਾਵਨੀ ਕਹਿ ਲਓ ਜਾਂ ਹਦਾਇਤ ਕਹਿ ਲਓ ਕਿਸਾਨਾਂ ਨੇ ਦੇ ਦਿੱਤੀ ਹੈ ਕਿ ਅੰਦਰ ਸਾਰੇ ਮੁੱਦੇ ਛੱਡ ਦਿਓ, ਫੋਕਸ ਸਿਰਫ ਕਿਸਾਨੀ ਅੰਦੋਲਨ ਤੇ ਕਿਸਾਨੀ ਮੁੱਦਿਆਂ ਤੇ ਕਰੋ। ਤੇ ਕਿਸ ਤਰ੍ਹਾਂ ਦੇਖਦੇ ਹੋ? ਕਹਿੰਦੇ ਹਜੇ ਤਾਂ ਬੀਜੇਪੀ ਦਾ ਵਿਰੋਧ ਕਰ ਰਹੇ ਹਾਂ, ਜੇਕਰ ਉੱਥੇ ਸਾਡੇ ਮੁੱਦੇ ਨਾ ਚੁੱਕੇ ਤਾਂ ਫਿਰ ਉਹ ਹਾਲ ਸਾਰਿਆਂ ਦਾ ਹੋਵੇਗਾ। ਇਹਨਾਂ ਨੂੰ ਚਲੋ ਇਹ मन की तसल्ली के लिए गालिब ख्याल अच्छा है, पूरी पॉलिटिक्स ਨੂੰ ਇਹ ਪ੍ਰਭਾਵਿਤ ਨਹੀਂ ਕਰ ਸਕਦੇ ਔਰ ਐਸੀ ਕੋਈ ਗੱਲ ਨਹੀਂ ਹੈ। ਔਰ ਇਹਨਾਂ ਦਾ ਆਪਣਾ ਕੰਮ ਕਰਨਾ ਹੈਗਾ, ਇਹਨਾਂ ਦਾ ਅਧਿਕਾਰ ਆ, ਇਹ ਕਹਿ ਸਕਦੇ ਆ। ਤੇ ਜੇ ਵੈਸੇ ਹੀ ਕਾਂਗਰਸ ਵੀ ਤੇ ਆਮ ਆਦਮੀ ਪਾਰਟੀ ਵੀ ਔਰ ਇਹ ਅਕਾਲੀ ਦਲ ਵੀ, ਇਹ ਤਾਂ ਪਹਿਲਾਂ ਹੀ ਇਹਨਾਂ ਦੇ ਨਾਲ ਨੇ। ਇਹਨਾਂ ਨੂੰ ਕਿਸਾਨ ਦਾ ਮੋਢਾ ਲੱਭ ਗਿਆ
ਤੇ ਸਰਕਾਰ ਦਾ ਚਿਹਰਾ ਤੇ ਪ੍ਰਧਾਨ ਮੰਤਰੀ ਦਾ ਚਿਹਰਾ ਖਰਾਬ ਕਰਨ ਦੇ ਲਈ ਕੋਈ ਕਿਸਾਨ ਹਿੱਤਾਂ ਦੀ ਗੱਲ ਥੋੜਾ ਹੋ ਰਹੀ ਹੈ। ਤੇ ਇਹ ਕੋਈ ਐਸੀ ਗੱਲ ਨਹੀਂ ਹੈ। ਔਰ ਕਿਸਾਨ ਹਿੱਤਾਂ ਦੇ ਲਈ ਜਿੰਨੀਆਂ ਵੀ ਤਰਕਸੰਗਤ ਗੱਲਾਂ ਨੇ ਕੇਂਦਰ ਸਰਕਾਰ ਨੇ ਸਾਰੀਆਂ ਮੰਨ ਲਈਆਂ ਸੀ। 11 ਵਾਰ 50-60 ਘੰਟੇ ਬੈਠੇ ਸੀ ਤੇ ਹੁਣ ਵੀ ਮੰਨਣ ਨੂੰ ਤਿਆਰ ਨੇ ਜਦੋਂ ਇਹ ਕਿਸਾਨ ਦੇ ਹਿੱਤ 'ਚ ਬੈਠਣਾ ਚਾਹਣ। ਜਿਹੜੀ ਜਿੱਦ ਦਾ ਅੜੀ ਆ ਉਹ ਤਾਂ ਪੰਚਾਇਤ 'ਚ ਕਦੇ ਅੜੀ ਨਹੀਂ ਹੋਇਆ ਕਰ, ਜਿੱਦ ਨਹੀਂ ਹੋਇਆ ਕਰਦੀ। ਤੋਂ ਉਹਦੀਆਂ ਮੰਨੀਆਂ ਜਾਂਦੀਆਂ ਨੇ, ਜੈਨੂਨ ਗੱਲਾਂ ਮੰਨੀਆਂ ਜਾਂਦੀਆਂ ਨੇ। ਉਸ ਤਰ੍ਹਾਂ ਦੀ ਗੱਲ ਕਦੇ ਵੀ ਕਰਨਾ ਚਾਹਣ ਕਿਸਾਨ ਲੀਡਰ, ਸਰਕਾਰ ਉਹਦੇ ਲਈ ਤਿਆਰ ਹੈ, ਪਰ ਇਹ ਕਰਨਾ ਨਹੀਂ ਚਾਹੁੰਦੇ, ਅੰਦੋਲਨ ਨਹੀਂ ਚਲਾਉਣਾ ਚਾਹੁੰਦੇ। ਚਲੋ ਜਾਣ ਲੈਂਦੇ ਆ। ਬੂਟਾ ਸਿੰਘ ਸ਼ਾਦੀਪੁਰ ਜੀ ਕਹਿੰਦੇ ਨੇ ਕਿ ਅਸੀਂ ਤਾਂ ਗੱਲਬਾਤ ਦੇ ਲਈ ਤਿਆਰ ਆ, ਪਰ ਕਹਿੰਦੇ ਤੁਸੀਂ ਗੱਲਬਾਤ ਤੇ ਟੇਬਲ ਟਾਕ ਨਾਲ ਮਸਲਾ ਹੱਲ ਕਰਨਾ ਹੀ ਨਹੀਂ ਚਾਹੁੰਦੇ, ਤੁਸੀਂ ਤਾਂ ਅੜੀ ਨਹੀਂ ਛੱਡ ਰਹੇ। ਨਹੀਂ ਜੀ ਨਹੀਂ, ਗਰੇਵਾਲ ਸਾਹਿਬ ਸਾਡੇ ਭਾਈ ਸਾਹਿਬ ਨੇ, ਅਸੀਂ ਗੱਲ ਨਹੀਂ ਕੀਤੀ। ਨਹੀਂ ਅਸੀਂ ਕਹਿੰਦੇ ਠੀਕ ਹੈ ਨਾ, ਸਾਡੀ ਇਹ ਲੜਾਈ ਹੱਕਾਂ ਦੀ ਹੋਣ ਦੀ ਲੜਾਈ ਲੜ ਰਹੇ ਹਾਂ ਅਸੀਂ, ਤੇ ਸਾਡੇ ਹੋਂਦ ਨੂੰ ਖਤਰਾ ਪੈਦਾ ਹੋ ਗਿਆ, ਉਹਦੇ ਕਰਕੇ ਅਸੀਂ ਲੜਾਈ ਲੜ ਰਹੇ ਹਾਂ। ਕਿਸੇ ਨਾਲ ਬਰਬਾਦ ਹੋ ਜਾਂਦਾ, ਇਸ ਕਰਕੇ ਇਹਨਾਂ ਨੂੰ ਬਚਾਉਣ ਜਦੋਂ ਬਾਰ-ਬਾਰ ਇੱਕੋ ਗੱਲ ਹੋ ਰਹੀ ਹੈ ਕਿ ਕਿਸਾਨੀ ਵਾਸਤੇ ਕਾਨੂੰਨ ਬਣਾਏ ਗਏ ਨੇ, ਕਿਸਾਨਾਂ ਨੂੰ ਪਸੰਦ ਨਹੀਂ। ਤੇ ਅਸੀਂ ਗਰੇਵਾਲ ਸਾਹਿਬ ਨੂੰ ਮੈਂ ਅਪੀਲ ਕਰਦਾ ਵੀ ਗਰੇਵਾਲ ਸਾਹਿਬ ਤੁਸੀਂ ਵੀ ਸਮਾਰ ਕੇ ਜੋਰ ਦੇ ਕੇ ਉਹਨਾਂ ਨੂੰ ਵੀ ਕਿਸਾਨਾਂ ਵਾਸਤੇ ਬਣਾਏ ਕਾਨੂੰਨ ਕਿਸਾਨਾਂ ਨੂੰ ਨਹੀਂ ਪਸੰਦ ਆਉਂਦੇ, ਆਪਾਂ ਵਾਪਸ ਕਰ ਦਈਏ, ਵਾਪਸ ਕਰਕੇ ਹੋਰ ਕਾਨੂੰਨ ਬਣਾਏ ਜਾ ਸਕਦੇ ਨੇ। ਹੋਰ ਇਹਦੇ ਸਾਡੀ ਸਰਕਾਰ ਨਾਲ ਲੜਾਈ ਇਹ ਨਹੀਂ ਹੈਗੀ ਕਿ ਅਸੀਂ ਡਾਂਗਾ ਦੀ ਲੜਾਈ ਸਰਕਾਰ ਨਾਲ ਲੜ ਰਹੇ ਹਾਂ। ਸਾਡਾ ਸਭ ਇਹਦਾ ਪ੍ਰੋਗਰਾਮ ਇੱਕੋ ਹੀ ਕਿ ਸ਼ਾਂਤਮਈ ਢੰਗ ਦੇ ਨਾਲ ਅਸੀਂ ਲੜ ਰਹੇ ਹਾਂ, ਸ਼ਾਂਤਮਈ ਦਾ ਅੰਦੋਲਨ ਹੈ, ਸ਼ਾਂਤਮਈ ਹੋਊਗਾ। ਇਸੇ ਕਰਕੇ ਆਪਾਂ 26 ਦੀ ਗੱਲ ਕਰ ਰਹੇ ਸੀ, 26 ਦਾ ਜਿਹੜਾ ਪ੍ਰੋਗਰਾਮ ਸੀ ਉਹਦੇ ਤੋਂ ਇਹ ਜਿਹੜੇ ਅਸੀਂ ਮੈਂਬਰ ਜਿਹਦੇ ਪੂਰੀ ਸ਼ਨਾਖਤ ਕਰਕੇ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਦੇ ਕੇ ਤੋੜ ਰਹੇ ਹਾਂ ਕਿ ਕੋਈ ਵੀ ਬੰਦਾ ਬੈਲੈਂਸ ਨਹੀਂ ਕਰੇਗਾ। ਇਸ ਕਰਕੇ ਕੋਈ ਹਿੰਸਕ ਨਹੀਂ ਹੋਊਗਾ, ਨਾ ਹਿੰਸਕ ਦਾ ਕੋਈ ਰਸਤਾ ਸੈਟ ਕਰੇਗਾ। ਇਹ ਸਾਨੂੰ ਮੈਂ ਕਹਿੰਦਾ ਕਿ ਸਾਡਾ ਦੇਸ਼ ਹੈ, ਅਸੀਂ ਆਪਣੀਆਂ ਹੱਕੀ ਮੰਗਾਂ ਵਾਸਤੇ ਆਪਣਾ ਲੋਕਤੰਤਰ ਤਰੀਕੇ ਦੇ ਨਾਲ ਲੜਾਈ ਜਿਹੜੀ ਉਹ ਲੜ ਰਹੇ ਹਾਂ। ਬੂਟਾ ਸਿੰਘ ਸ਼ਾਦੀਪੁਰ ਜੀ, ਹਰ ਕੋਈ ਉਮੀਦ ਤਾਂ ਇਹੀ ਕਰਦਾ ਹੈ ਕਿ ਮਾਹੌਲ ਸੁਖਾਵਾਂ ਹੋਵੇ, ਮਾਹੌਲ ਖਰਾਬ ਨਾ ਹੋਵੇ। ਤਾਂ ਹਰਜੀਤ ਗਰੇਵਾਲ ਜੀ ਬਾਰ-ਬਾਰ ਤੁਹਾਡੇ ਤੇ ਗੱਲ ਆ ਜਾਂਦੀ ਹੈ, ਤੁਹਾਨੂੰ ਬੜੀ ਅਪੀਲ ਕਰਦੇ ਨੇ ਸਾਰੇ ਕਿ ਤੁਸੀਂ ਸਾਡਾ ਸੁਨੇਹਾ ਲਾ ਦਿਓ, ਤੁਸੀਂ ਵਿੱਚ ਵਿਚੋਲੇ ਦਾ ਕੰਮ ਕਰ ਲਓ। ਮੇਰਾ ਖਿਆਲ ਆ ਬੂਟਾ ਸਿੰਘ ਸ਼ਾਦੀਪੁਰ ਜੀ ਨੂੰ ਵੀ ਪਤਾ 2-3 ਮਹੀਨੇ ਲਗਾਤਾਰ ਮੈਂ ਤੇ ਜਾਣੀ ਜੀ ਘਰ-ਬਾਰ ਛੱਡ ਕੇ ਦਿੱਲੀ ਬੈਠੇ ਰਹੇ ਔਰ ਬਕਾਇਦਾ ਕੋਸ਼ਿਸ਼ਾਂ ਕੀਤੀਆਂ ਔਰ ਜਿੰਨੀ ਵੀ ਐਫਰਟਸ ਕਰ ਸਕਦੇ ਸੀ ਉਹ ਸਾਰੀਆਂ ਕੀਤੀਆਂ, ਪਰ ਉਹਦੇ ਚ ਆਖਰੀ ਗੱਲ ਜਿਹੜੀ ਆ ਜਾਂਦੀ ਸੀ, ਕੋਈ ਜਿੱਦ ਆ ਜਾਂਦੀ ਸੀ ਕਾਨੂੰਨ ਰਿਪੀਲ ਕਰੋ, ਰੱਦ ਕਰੋ। ਉਹ ਇਸ ਕਰਕੇ ਨਹੀਂ ਹੋਇਆ। ਬਾਕੀ ਤਾਂ ਤਰਕਸੰਗਤ ਗੱਲਾਂ, ਕਿਸਾਨ ਹਿੱਤਾਂ ਗੱਲਾਂ ਸਾਰੀਆਂ ਹੀ ਸਰਕਾਰ ਨੇ ਮੰਨ ਲਈਆਂ ਸੀ, ਹੁਣ ਵੀ ਸਰਕਾਰ ਮੰਨਣ ਨੂੰ ਤਿਆਰ ਹੈ। ਪਰ ਦੇਖੋ ਵਿਵਸਥਾ ਚਲਾਉਣ ਲਈ ਕਾਨੂੰਨ ਚਾਹੀਦੇ ਹੁੰਦੇ ਆ ਜੀ, ਕਾਨੂੰਨਾਂ ਤੋਂ ਬਿਨਾਂ ਵਿਵਸਥਾ ਨਹੀਂ ਚੱਲਦੀ। ਕਾਨੂੰਨ 'ਚ ਕਿਹੋ ਜੀ ਸੋਧ ਕਰਨੀ ਹੈ, ਕਿਹੋ ਜਿਹਾ ਕਾਨੂੰਨ ਬਣਾਉਣਾ ਉਹ ਹੁੰਦਾ, ਉਹਦੇ ਲਈ ਇਹਨਾਂ ਨੂੰ ਕਹਿਤਾ ਜੀ। ਫਿਲਹਾਲ ਗੱਲ ਤਾਂ ਉੱਥੇ ਹੀ ਆ ਜਾਂਦੀ ਨਾ ਕਿ 8 ਮਹੀਨੇ ਹੋ ਗਏ, ਮਸਲਾ ਉੱਥੇ ਦਾ ਉੱਥੇ ਖੜਾ ਹੈ, ਮਸਲਾ ਹੱਲ ਕਿੱਦਾਂ ਹੋਵੇਗਾ? ਕਿਉਂਕਿ ਹਜੇ 9 ਅਗਸਤ ਤੱਕ ਤਾਂ ਕਿਸਾਨਾਂ ਨੇ ਸੰਸਦ ਲਗਾਉਣੀ ਹੈ, ਫਿਰ ਤੁਸੀਂ ਵੀ ਜਾਣਦੇ ਹੋ ਅੱਗੇ 15 ਅਗਸਤ ਆਉਣ ਵਾਲੀ ਹੈ, ਵੱਡਾ ਇੱਕ ਵਾਰੀ ਫਿਰ ਤੋਂ ਕਿਸਾਨ ਕੋਈ ਪਲਾਨ ਕਰਨਗੇ। ਤਾਂ ਇਸੇ ਤਰ੍ਹਾਂ ਆਪਸ ਦੇ ਵਿੱਚ ਇੱਕ ਦੂਜੇ ਦੇ ਨਾਲ ਜਦੋਂ ਤੱਕ ਬੈਠ ਕੇ ਗੱਲ ਨਹੀਂ ਹੋਵੇਗੀ ਤਾਂ ਹੱਲ ਕਿੱਦਾਂ ਹੋਵੇਗਾ? ਅਰੇ ਵੀ ਬੈਠ ਕੇ ਗੱਲ ਤਾਂ ਹੋਏਗੀ ਨਾ ਜੇ ਅੜੀ ਤੋਂ ਪਿੱਛੇ ਥੋੜਾ ਹਟ ਕੇ ਗੱਲ ਕਰਨਗੇ ਵੀ ਚਲੋ ਖੁੱਲੇ ਮਨ ਨਾਲ ਗੱਲ ਕਰਦੇ ਆ ਤੇ ਕਿਸਾਨ ਇਹਦੀਆਂ ਸਾਰੀਆਂ ਗੱਲਾਂ ਮਨਵਾ ਕੇ ਚੱਲਦੇ ਆ, ਉਹਦੇ ਲਈ ਸਰਕਾਰ ਤਿਆਰ ਹੈ। ਪਰ ਜੇ ਇਹ ਹੋਵੇ ਜਿੱਦ ਹੋਵੇ ਫਿਰ ਉਸੇ ਤਾਂ ਗੱਲ ਦੇਖੋ, ਕਾਨੂੰਨ ਸਰਕਾਰ ਨੇ ਦੱਸਤਾ ਵੀ ਰਿਪੀਲ ਨਹੀਂ ਹੋਣੇ। ਇਹਦੇ ਜੋ ਤਰਕਸੰਗਤ ਸੋਧਾਂ ਕਰਨੀਆਂ ਨੇ ਉਹ ਤੁਸੀਂ ਕਰ ਲਓ। ਤੇ ਉਹਦੇ ਚ ਇਹਨਾਂ ਨੂੰ ਇਹ ਵੀ ਕਹਿਤਾ ਕਿ ਵੀ 5 ਮੈਂਬਰ ਦੀ ਕਮੇਟੀ ਕਿਸਾਨ ਦੇ ਦੇਣ, 5 ਦੀ ਸਰਕਾਰ ਦੇ ਦਿੰਦੀ ਹੈ। ਆਪਸ ਚ ਬੈਠ ਕੇ ਜੋ ਤੁਸੀਂ ਕਰਨਾ, ਕਾਨੂੰਨ ਹੋਲਡ ਤੇ ਨੇ, ਕਾਨੂੰਨ ਤਾਂ ਲਾਗੂ ਹੋਏ ਹੀ ਨਹੀਂ। ਕਾਨੂੰਨਾਂ ਦਾ ਤਾਂ ਬੁਰਾ ਅਸਰ ਤਾਂ ਹੋਵੇ, ਫਸਲਾਂ ਜਾਂ ਨਸਲਾਂ ਦਾ ਤਾਂ ਨਸ਼ਟ ਹੋਣ ਜੇ ਇਹ ਕਾਨੂੰਨ ਲਾਗੂ ਹੋਣ। ਫਸਲਾਂ ਤੇ ਨਸਲਾਂ ਦਾ ਤਾਂ ਨਸ਼ਟ ਹੋ ਰਹੀਆਂ ਨੇ ਜਿਹੜੇ ਪੁਰਾਣੇ ਕਾਂਗਰਸ ਦੇ ਕਾਨੂੰਨ ਬਣਾਏ ਹੋਏ ਆ ਉਸ ਦੀ ਵਜ੍ਹਾ ਕਰਕੇ। ਇਸ ਲਈ ਸਰਕਾਰ ਤਾਂ ਖੁੱਲੇ ਮਨ ਨਾਲ, ਕਿਸਾਨ ਵੀ ਸਾਡਾ ਆਪਣਾ ਹੀ ਹੈ, ਕਿਸਾਨ ਕੋਈ ਬਾਹਰੋਂ ਥੋੜਾ ਆਇਆ ਕਿਤੋਂ, ਇਸ ਮਿੱਟੀ ਨਾਲ ਜੁੜਿਆ ਹੋਇਆ ਕਿਸਾਨ ਆ। ਤੇ ਇਸ ਕਰਕੇ ਤਾਂ ਕਿਸਾਨ ਲੀਡਰਾਂ ਨੂੰ ਆਪਣੀ ਉਹ ਦਿਖਾਉਣੀ ਪਊਗੀ ਤੇ ਕਿਸਾਨ ਤਾਂ ਤਿਆਰ ਹੈਗਾ, ਕਿਸਾਨ ਦੀ ਕੋਈ ਐਸੀ ਗੱਲ ਨਹੀਂ ਹੈ, ਕਿਸਾਨ ਕਦੇ ਵੀ ਏਦਾਂ ਦੀ ਅੜੀ ਨਹੀਂ ਕਰਦਾ। ਪਰ ਕਿਸਾਨ ਲੀਡਰਾਂ ਨੂੰ ਉਹਦੇ ਚ ਥੋੜਾ ਜੀ ਸੋਚ ਵਿਚਾਰ ਬਦਲਣੀ ਪਏਗੀ, ਜਿੱਦ ਛੱਡਣੀ ਪਏਗੀ। ਚਲੋ ਫਿਲਹਾਲ ਹਰਜੀਤ ਗਰੇਵਾਲ ਜੀ, ਮਸਲਾ ਕਿੱਥੇ ਜਾ ਕੇ ਤੇ ਕਦੋਂ ਨਿਬੜਦਾ ਹੈ ਇਸ ਤੇ ਪੂਰੇ ਪੰਜਾਬ ਦੀਆਂ, ਦੇਸ਼ ਦੀਆਂ ਨਜ਼ਰਾਂ ਟਿਕੀਆਂ ਨੇ। ਸ਼ੁਕਰੀਆ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇ ਨਾਲ ਗੱਲਬਾਤ ਕਰਨ ਦੇ ਲਈ। ਦੂਜੇ ਪਾਸੇ ਬੂਟਾ ਸਿੰਘ ਸ਼ਾਦੀਪੁਰ ਸਾਡੇ ਨਾਲ ਜੁੜੇ ਕਿਸਾਨ ਆਗੂ, ਬੂਟਾ ਸਿੰਘ ਜੀ ਤੁਹਾਡਾ ਵੀ ਸ਼ੁਕਰੀਆ। ਤਾਂ ਫਿਲਹਾਲ ਬੇਸ਼ੱਕ ਅੱਜ ਕਿਸਾਨ ਜੰਤਰ ਮੰਤਰ ਤੇ ਧਰਨਾ ਕਰਨ ਦੇ ਲਈ ਜਾ ਰਹੇ ਨੇ, ਪਰ ਦੂਜੇ ਪਾਸੇ ਬੀਜੇਪੀ ਬਾਰ-ਬਾਰ ਇਹ ਗੱਲ ਜੋ ਹੈ ਉਹ ਸਾਫ਼ ਕਰ ਦਿੰਦੀ ਹੈ ਕਿ ਕਾਨੂੰਨ ਤਾਂ ਵਾਪਸ ਨਹੀਂ ਹੋਣਗੇ, ਅਸੀਂ ਸੋਧਾਂ ਕਰਨ ਦੇ ਲਈ ਤਿਆਰ ਹਾਂ, ਅਸੀਂ ਤਰਕਸੰਗਤ ਗੱਲਾਂ ਮੰਨਣ ਦੇ ਲਈ ਤਿਆਰ ਹਾਂ, ਯਾਨੀ ਕਿ ਜਿਹੜੀਆਂ ਤਰਕ ਦੇ ਆਧਾਰ ਤੇ ਕੀਤੀਆਂ ਜਾਣ ਅਸੀਂ ਉਹ ਗੱਲਾਂ ਮੰਨਣ ਦੇ ਲਈ ਤਿਆਰ ਹਾਂ, ਪਰ ਕਾਨੂੰਨ ਰੱਦ ਨਹੀਂ ਹੋਣਗੇ। ਬੀਜੇਪੀ ਨੇ ਇੱਕ ਵਾਰ ਫਿਰ ਸਾਫ਼ ਕਰ ਦਿੱਤਾ ਹੈ ਤੇ ਦੂਜੇ ਪਾਸੇ ਕਿਸਾਨ ਵੀ ਆਪਣੇ ਸਟੈਂਡ ਤੇ ਕਾਇਮ ਨੇ ਕਿ ਕਾਨੂੰਨ ਵਾਪਸੀ ਤੋਂ ਘੱਟ ਕੁਝ ਵੀ ਮਨਜ਼ੂਰ ਨਹੀਂ ਹੈ। ਤਾਂ ਅਜਿਹੇ 'ਚ ਮਸਲਾ ਹੱਲ ਕਿੱਦਾਂ ਹੋਵੇਗਾ, ਇਹ ਸਵਾਲ 8 ਮਹੀਨੇ ਦੇ ਕਰੀਬ ਹੋਣ ਜਾ ਰਹੇ ਸਮੇਂ ਦੇ ਦੌਰਾਨ ਵੀ ਬਰਕਰਾਰ ਹੈ।
ਤਾਂ ਫਿਲਹਾਲ ਥੋੜੀ ਹੀ ਦੇਰ ਦੇ ਵਿੱਚ ਜੋ ਹੈ ਉਹ ਕਿਸਾਨ ਜੰਤਰ ਮੰਤਰ ਤੇ ਪਹੁੰਚ ਜਾਣਗੇ ਤੇ ਜੰਤਰ ਮੰਤਰ ਤੇ ਲੱਗੇਗੀ ਕਿਸਾਨ ਸੰਸਦ। ਅੱਜ ਤੋਂ 9 ਅਗਸਤ ਤੱਕ ਕਿਸਾਨ ਸੰਸਦ ਲੱਗੇਗੀ ਕਿਉਂਕਿ ਇੱਕ ਪਾਸੇ ਜੋ ਸੰਸਦ ਦਾ ਮੌਨਸੂਨ ਇਜਲਾਸ ਚੱਲ ਰਿਹਾ ਹੈ ਪਾਰਲੀਮੈਂਟ ਦੇ ਵਿੱਚ ਤੇ ਦੂਜੇ ਪਾਸੇ ਕਿਸਾਨਾਂ ਦੀ ਵੀ ਪ੍ਰੋਪਰ ਜੋ ਹੈ ਉਹ ਪੈਰਲਲ ਜੋ ਕਾਰਵਾਈ ਹੋਵੇਗੀ, ਯਾਨੀ ਕਿ ਜਿਸ ਦਿਨ ਸੰਸਦ ਦੇ ਵਿੱਚ ਕਾਰਵਾਈ ਹੋਵੇਗੀ ਉਸ ਦਿਨ ਕਿਸਾਨ ਵੀ ਆਪਣੀ ਸੰਸਦ ਲਗਾਉਣਗੇ, ਪਰ ਜਿਸ ਦਿਨ ਸੰਸਦ ਦੇ ਵਿੱਚ ਛੁੱਟੀ ਹੈ ਜਾਂ ਕਾਰਵਾਈ ਜਿਸ ਦਿਨ ਨਹੀਂ ਹੋਵੇਗੀ ਉਸ ਦਿਨ ਕਿਸਾਨ ਵੀ ਇੱਥੇ ਜੰਤਰ ਮੰਤਰ ਤੇ ਆਪਣਾ ਧਰਨਾ ਨਹੀਂ ਲਗਾਉਣਗੇ। ਯਾਨੀ ਕਿ ਪੂਰਾ ਬਰਾਬਰ ਦਾ ਜੋ ਪ੍ਰੋਗਰਾਮ ਹੈ ਕਿਸਾਨਾਂ ਦਾ ਪਾਰਲੀਮੈਂਟ ਸੈਸ਼ਨ ਦੇ ਨਾਲ ਹੀ ਉਲੀਕਿਆ ਜਾਵੇਗਾ। ਦੂਜੇ ਪਾਸੇ ਬੂਟਾ ਸਿੰਘ ਸ਼ਾਦੀਪੁਰ ਨੇ ਜਿਵੇਂ ਦੱਸਿਆ ਤੇ ਕਿ ਵਿਪ ਜਾਰੀ ਜੋ ਉਹਨਾਂ ਨੇ ਕੀਤਾ ਗਿਆ ਹੈ ਉਹ ਕਹਿੰਦੇ ਉਸ ਦਾ ਅਸਰ ਵੀ ਪੂਰਾ ਸਾਨੂੰ ਦੇਖਣ ਨੂੰ ਮਿਲ ਰਿਹਾ ਹੈ ਕਿ ਉੱਥੇ ਸਾਨੂੰ ਜਾਣਕਾਰੀ ਮਿਲੀ ਹੈ ਕਿ ਅੰਦਰ ਕਿਸਾਨ ਦਾ ਜੋ ਮੁੱਦਾ ਹੈ ਉਹ ਵਿਰੋਧੀ ਚੁੱਕ ਰਹੇ ਨੇ, ਸਰਕਾਰ ਤੋਂ ਸਵਾਲ ਕਰ ਰਹੇ ਨੇ ਕਿਉਂਕਿ ਦੱਸ ਦਈਏ ਕਿ ਅਕਾਲੀ ਦਲ ਵੀ ਹੁਣ ਭਾਈਵਾਲ ਨਹੀਂ ਰਿਹਾ ਬੀਜੇਪੀ ਦਾ, ਤਾਂ ਅਕਾਲੀ ਸਾਂਸਦ ਹਰਸਿਮਰਤ ਕੌਰ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਵੀ ਕਿਸਾਨਾਂ ਦਾ ਮੁੱਦਾ ਚੁੱਕਿਆ ਗਿਆ। ਦੂਜੇ ਪਾਸੇ ਭਗਵੰਤ ਮਾਨ ਨੇ ਵੀ ਸਾਰਿਆਂ ਨੂੰ ਅਪੀਲ ਕੀਤੀ ਸੀ, ਸੰਗਰੂਰ ਤੋਂ ਸਾਂਸਦ ਨੇ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ, ਉਹਨਾਂ ਨੇ ਵੀ ਕਿਹਾ ਸੀ ਕਿ ਬਜਾਏ ਵਾਕਆਊਟ ਕਰਨ ਦੇ, ਬਜਾਏ ਹੰਗਾਮਾ ਕਰਨ ਦੇ ਅਸੀਂ ਜੋ ਹੈ ਉਹ ਸੰਸਦ ਦੇ ਵਿੱਚ ਜ਼ਰੂਰ ਜਾਈਏ ਤੇ ਮੁੱਦਾ ਕਿਸਾਨਾਂ ਦਾ ਜ਼ਰੂਰ ਚੱਕੀਏ। ਉਧਰ ਕਾਂਗਰਸ ਦੇ ਵੱਲੋਂ ਚਾਹੇ ਰਵਨੀਤ ਬਿੱਟੂ ਦੀ ਗੱਲ ਕਰ ਲਓ, ਚੌਧਰੀ ਸੰਤੋਖ ਸਿੰਘ ਦੀ ਗੱਲ ਕਰ ਲਓ, ਜਸਬੀਰ ਡਿੰਪਾ ਦੀ ਗੱਲ ਕਰ ਲਓ, ਗੁਰਜੀਤ ਔਜਲਾ ਦੀ ਗੱਲ ਕਰ ਲਓ, ਤਾਂ ਕਾਂਗਰਸ ਵੀ ਕਹਿ ਰਹੀ ਹੈ ਕਿ ਅਸੀਂ ਵੀ ਕਿਸਾਨਾਂ ਦਾ ਮੁੱਦਾ ਅੰਦਰ ਜ਼ਰੂਰ ਚੁੱਕਾਂਗੇ। ਪਰ ਜੋ ਕਿਸਾਨਾਂ ਦੇ ਵੱਲੋਂ ਇਹ ਵੀ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਸਾਡਾ ਮੁੱਦਾ ਅੰਦਰ ਨਹੀਂ ਚੁੱਕਿਆ ਗਿਆ ਬਾਕੀ ਮੁੱਦਿਆਂ ਦੇ ਉੱਪਰ ਜਾਂ ਫਿਰ ਵਾਕਆਊਟ ਕਰਕੇ ਜਾਂ ਫਿਰ ਇਸੇ ਤਰ੍ਹਾਂ ਸਮਾਂ ਵੇਸਟ ਕਰਕੇ सांसद बाहर आउणगे ਤਾਂ ਫਿਰ ਉਹ ਚਾਹੇ ਕਿਸੇ ਵੀ ਪਾਰਟੀ ਦੇ ਨਾਲ ਸੰਬੰਧਿਤ ਹੋਣ ਅਸੀਂ ਉਹਨਾਂ ਦਾ ਵਿਰੋਧ ਕਰਾਂਗੇ। ਪਰ ਫਿਲਹਾਲ ਸਵਾਲ ਵੱਡਾ ਇਹੀ ਹੈ ਕਿ ਆਖਿਰਕਾਰ ਮਸਲਾ ਹੱਲ ਕਿਸ ਤਰ੍ਹਾਂ ਹੋਵੇਗਾ। बेशक हरजीत गरेवाल होण या फिर खेतीबाड़ी मंत्री नरेंद्र तोमर होण, बार बार उन्होंने बयान आते हैं कि कानून रद्द नहीं होणगे, असीं सोधां करन दे लई तैयार हाँ। किसान कहते हैं सानू कानून वापसी तो घट कुछ भी मंजूर नहीं है। तां विच दा राह की निकलेगा। 8 महीने होण नूं आए ने किसान अंदोलन दे, 8 महीने तो किसान लगातार दिल्ली दे बरूहां ते बैठे हुए ने, बॉर्डरां ते बैठे हुए ने। पर अजिहे दे विच गर्मियां दा मौसम निकल गया, सर्दियां दा मौसम निकल गया, तां अजिहे दे विच मसला हल किवें होवेगा, ये सवाल अजे भी जिउंदा त्यों बरकरार है। लगाने के लिए दिल्ली जाएंगे। हमारे साथ किसान नेता योगेंद्र यादव जी हैं। ये योगेंद्र जी, कितने किसान नेता जा रहे हैं और कितने किसानों के साथ जाएंगे? जैसा हमने तय किया था कि हर रोज 200 से ज़्यादा लोग नहीं जाएंगे, ना एक ज़्यादा ना एक कम, इसलिए हमने बिल्कुल आई कार्ड बना दिए हैं, नंबर दे दिया है, बस 200 से अधिक ना हो इसके लिए हमने व्यवस्था की है। बहुत साथियों की इच्छा है, संगठनों को हमें राशन बनाना पड़ा है कोटा के, भाई 3 से ज़्यादा किसी भी बड़े से बड़े संगठनों को जो 10 हज़ार लोग लेके आए हैं उनको भी 3 की हमने इजाज़त दी। अब क्या करें, सबको यहाँ पे इकट्ठा करने के लिए, और हम सब मिलके संसद जा रहे हैं। और संसद को हमने जो व्हिप जारी किया है, पहली बार इस देश में किसानों ने अपना व्हिप जारी किया है। पहले पार्टियां जारी करती थी, अब किसान जारी कर रहे हैं और सांसदों को कह रहे हैं कि आप संसद में सिर्फ और सिर्फ किसान का मुद्दा उठाओगे और कोई मुद्दा नहीं उठाओगे। उसकी निगरानी करने के लिए हम जा रहे हैं कि सांसद क्या कर रहे हैं, और वो सवाल उठाने के लिए जो सवाल संसद में उठने चाहिए, जो इंग्लैंड की संसद में डिस्कस हो रहा है, न्यूजीलैंड में हो रहा है, कनाडा में हो रहा है, हिंदुस्तान की संसद में नहीं हो रहा, वो हम उठाने जा रहे हैं। आज कौन कौन से शीर्ष नेतृत्व में नेता जाएंगे जी किसानों के साथ? सारे यहाँ नेता हैं जी। आपने देखा होगा राजेवाल जी आ गए हैं, अपने हनन मौला जी हैं, शिव कुमार कक्का जी हैं, और पंजाब के जितने भी हमारे बड़े जत्थेबंदियों के बड़े नेता हैं, मैं समझता हूँ उनमें से अधिकांश आज हमारे साथ जा रहे हैं। आज के बाद जी आगे क्या कल भी इसी तरह जारी रहेगा सर? कब तक रहेंगे? जब तक संसद का सेशन चलेगा तब तक हम जारी रहेंगे। रोज 200 का जत्था लेके जाएंगे, रोज शाम को वापस जाएंगे, अगले दिन नया जत्था जाएगा ताकि अधिक से अधिक लोगों को मौका मिले वहां जाने का। जंतर मंतर पर संसद की तरफ सर किसानों की संसद चलेगी? हम तो संसद की तरफ जाएंगे, जहां रोका जाएगा वहीं पे किसानों की संसद चलेगी। किसान नेता योगेंद्र यादव ने साफ कर दिया है कि किसानों की संसद उसी तरह चलेगी जैसे पार्लियामेंट चलती है, और किसानों के मुद्दे किसान खुद उठाएंगे। यह इतिहास में पहली बार हो रहा है। सोनीपत से नितिन अंतिल, न्यूज़ 18। ਤਾਂ ਕਿਸਾਨਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਅਨੁਸ਼ਾਸਨ ਦੇ ਵਿੱਚ ਰਹਿ ਕੇ ਅਸੀਂ ਜੋ ਹੈ ਉਹ ਬਕਾਇਦਾ ਲਿਸਟਾਂ ਤਿਆਰ ਕੀਤੀਆਂ ਨੇ, ਅਸੀਂ ਬਕਾਇਦਾ 200 ਕਿਸਾਨਾਂ ਦੇ ਨਾਮ ਜਾਰੀ ਕੀਤੇ ਨੇ, ਉਹਨਾਂ ਦੇ ਆਈ ਕਾਰਡ ਬਣਾਏ ਨੇ ਤਾਂ ਜੋ ਸਾਡੇ ਕੋਲ ਵੀ ਰਿਕਾਰਡ ਰਹਿ ਸਕੇ ਕਿ ਕਿਹੜਾ ਕਿਸਾਨ ਜੋ ਹੈ ਉਹ ਇੱਕ ਵਾਰ ਜੰਤਰ ਮੰਤਰ ਜਾ ਚੁੱਕਾ ਹੈ, ਤਾਂ ਜੋ ਅਗਲੀ ਵਾਰ ਹੋਰ ਕਿਸਾਨਾਂ ਨੂੰ ਮੌਕਾ ਦਿੱਤਾ ਜਾ ਸਕੇ। ਕਿਉਂਕਿ ਸਿਰਫ 32 ਜਥੇਬੰਦੀਆਂ ਤਾਂ ਜੋ ਪੰਜਾਬ ਦੀਆਂ ਹੀ ਇਕੱਠੀਆਂ ਹੋਈਆਂ ਨੇ, ਇਸ ਤੋਂ ਇਲਾਵਾ ਵੱਖ-ਵੱਖ
ਜੋ ਪੰਜਾਬ ਦੇਸ਼ ਦੇ ਹਿੱਸੇ ਨੇ ਉੱਥੋਂ ਹੋਰ ਜਥੇਬੰਦੀਆਂ ਪਹੁੰਚੀਆਂ ਹੋਈਆਂ ਨੇ ਵੱਖ-ਵੱਖ ਸੂਬਿਆਂ ਤੋਂ। ਤਾਂ ਅਜਿਹੇ ਦੇ ਵਿੱਚ ਹਰ ਕਿਸੇ ਜਥੇਬੰਦੀ ਦੇ ਵੱਲੋਂ ਕੋਸ਼ਿਸ਼ ਹੈ ਕਿ 2 ਜਾਂ 3 ਕਿਸਾਨਾਂ ਨੂੰ ਮੌਕਾ ਦਿੱਤਾ ਜਾਵੇ। ਹਰ ਰੋਜ਼ ਇੱਕ ਜਥੇਬੰਦੀ ਦੇ 3 ਕਿਸਾਨ ਘੱਟੋ-ਘੱਟ ਜੋ ਨੇ ਉਹ ਐਡ ਕੀਤੇ ਜਾਣ ਤੇ ਉਸ 200 ਦੇ ਜਥੇ ਨੂੰ ਰਵਾਨਾ ਕੀਤਾ ਜਾਵੇ ਜੰਤਰ ਮੰਤਰ ਤੇ। ਇਸੇ ਤਰ੍ਹਾਂ ਇਹ ਸਿਲਸਿਲਾ ਜੋ ਹੈ ਉਹ ਹਰ ਰੋਜ਼ ਜਾਰੀ ਰਹੇਗਾ। ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਜੰਤਰ ਮੰਤਰ ਪੁਲਿਸ ਛਾਉਣੀ ਦੇ ਵਿੱਚ ਤਬਦੀਲ ਹੋ ਚੁੱਕਾ ਹੈ। ਉੱਥੇ ਪੁਲਿਸ ਦੇ ਵੱਲੋਂ ਸਖਤ ਪਹਿਰਾ ਲਗਾਇਆ ਗਿਆ ਹੈ ਕਿਉਂਕਿ 26 ਜਨਵਰੀ ਦਾ ਜੋ ਘਟਨਾਕ੍ਰਮ ਹੋਇਆ ਹੈ ਉਸ ਨੂੰ ਦੇਖਦਿਆਂ ਹੋਇਆਂ ਪੁਲਿਸ ਹੋਰ ਵੀ ਜ਼ਿਆਦਾ ਮੁਸਤੈਦ ਹੋ ਗਈ ਹੈ। ਬੇਸ਼ੱਕ ਕਿਸਾਨਾਂ ਦੀ ਗਿਣਤੀ ਘੱਟ ਹੈ ਇਸ ਵਾਰ, ਪਰ ਬਾਵਜੂਦ ਇਸ ਦੇ ਪੁਲਿਸ ਕੋਈ ਚਾਂਸ ਨਹੀਂ ਲੈਣਾ ਚਾਹੁੰਦੀ। ਇਸ ਲਈ ਪੁਲਿਸ ਦੇ ਵੱਲੋਂ ਇਹ ਪੁਖਤਾ ਪ੍ਰਬੰਧ ਕੀਤੇ ਗਏ ਨੇ। ਪੁਲਿਸ ਬਾਰ-ਬਾਰ ਇਹ ਸੁਨਿਸ਼ਚਿਤ ਕਰਨ ਦੇ ਵਿੱਚ ਲੱਗੀ ਹੋਈ ਹੈ ਕਿ ਕੋਈ ਵੀ ਅਜਿਹੀ ਘਟਨਾ ਨਾ ਵਾਪਰੇ ਕਿਉਂਕਿ ਜੰਤਰ ਮੰਤਰ ਤੋਂ ਜੇਕਰ ਪਾਰਲੀਮੈਂਟ ਦੀ ਗੱਲ ਕੀਤੀ ਜਾਵੇ ਤਾਂ ਜ਼ਿਆਦਾ ਦੂਰੀ ਨਹੀਂ ਹੈ, ਕੁਝ ਦੂਰੀ ਤੇ ਹੀ ਪਾਰਲੀਮੈਂਟ ਹੈ। ਤਾਂ ਅਜਿਹੇ ਦੇ ਵਿੱਚ ਕਿਸਾਨ ਜੰਤਰ ਮੰਤਰ ਦੇ ਧਰਨਾ ਦੇਣ ਦੇ ਨਾਲ ਕਿਤੇ ਸੰਸਦ ਦਾ ਘਿਰਾਓ ਕਰਨ ਦੀ ਕੋਸ਼ਿਸ਼ ਨਾ ਕਰਨ। ਇਹ ਵੀ ਜੋ ਹੈ ਕਿਸਾਨਾਂ ਦੇ ਵੱਲੋਂ ਤਾਂ ਬੇਸ਼ੱਕ ਕਹਿ ਦਿੱਤਾ ਗਿਆ ਹੈ ਕਿ ਅਸੀਂ ਜੰਤਰ ਮੰਤਰ ਤੇ ਧਰਨਾ ਦੇਵਾਂਗੇ, ਪਰ ਪੁਲਿਸ ਵੀ ਇਸ ਗੱਲ ਦੇ ਉੱਪਰ ਧਿਆਨ ਰੱਖੇ ਬੈਠੀ ਹੈ। ਇਸ ਲਈ ਪੁਲਿਸ ਦੇ ਵੱਲੋਂ ਜੋ ਹੈ ਉਹ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਨੇ। ਤਾਂ ਫਿਲਹਾਲ ਥੋੜੀ ਦੇਰ ਦੇ ਵਿੱਚ ਕਰੀਬ 15-20 ਮਿੰਟਾਂ ਤੱਕ ਜਾਂ ਅੱਧੇ ਘੰਟੇ ਤੱਕ ਕਰੀਬ ਜੋ ਹੈ ਉਹ ਜੰਤਰ ਮੰਤਰ ਕਿਸਾਨ ਪਹੁੰਚ ਜਾਣਗੇ। ਤਾਂ ਦੂਜੇ ਪਾਸੇ ਜੇਕਰ ਦੇਖਿਆ ਜਾਵੇ ਤਾਂ ਇਹ ਅੰਦੋਲਨ ਨੂੰ 8 ਮਹੀਨੇ 26 ਤਰੀਕ ਨੂੰ ਪੂਰੇ ਹੋਣ ਜਾ ਰਹੇ ਨੇ। ਤਾਂ ਕਿਸਾਨਾਂ ਦਾ ਅੰਦੋਲਨ ਜੋ ਲਗਾਤਾਰ ਜਾਰੀ ਹੈ, ਇਸ ਸਭ ਦੇ ਵਿਚਾਲੇ ਮਸਲਾ ਬੇਸ਼ੱਕ ਅਜੇ ਹੱਲ ਨਹੀਂ ਹੋਇਆ ਪਰ ਕਿਸਾਨ ਪੂਰੀ ਤਰ੍ਹਾਂ ਆਸਵੰਦ ਨੇ। ਕਿਸਾਨ ਕਹਿੰਦੇ ਨੇ ਘਰਾਂ ਨੂੰ ਵਾਪਸੀ ਹੋਵੇਗੀ ਤਾਂ ਜਿੱਤ ਯਾਨੀ ਕਿ ਕਾਨੂੰਨ ਵਾਪਸੀ ਕਰਵਾ ਕੇ, ਪਰ ਕਾਨੂੰਨ ਵਾਪਸੀ ਦਾ ਰਾਹ ਇੰਨਾ ਸੌਖਾ ਨਜ਼ਰ ਨਹੀਂ ਆ ਰਿਹਾ। ਦੂਜੇ ਪਾਸੇ ਦਿੱਲੀ ਦੇ ਵਿੱਚ ਐਂਟਰੀ ਇਸ ਲਈ ਵੀ ਅਹਿਮ ਹੋ ਜਾਂਦੀ ਹੈ ਕਿਉਂਕਿ 6 ਮਹੀਨੇ ਬਾਅਦ ਦਿੱਲੀ ਦੇ ਵਿੱਚ ਐਂਟਰੀ ਹੋ ਰਹੀ ਹੈ ਕਿਉਂਕਿ 26 ਜਨਵਰੀ ਤੋਂ ਬਾਅਦ ਜੋ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਨੂੰ ਹਾਲਾਂਕਿ ਦਿੱਲੀ ਦੇ ਬਾਰਡਰਾਂ ਤੇ ਬੈਠਿਆਂ ਤਾਂ 8 ਮਹੀਨੇ ਹੋ ਗਏ ਨੇ ਪਰ 26 ਜਨਵਰੀ ਨੂੰ ਦਿੱਲੀ ਦੇ ਵਿੱਚ ਐਂਟਰੀ ਕਰਨ ਦੀ ਇਜਾਜ਼ਤ ਮਿਲੀ ਸੀ। ਲੰਬੀਆਂ ਬੈਠਕਾਂ ਹੋਈਆਂ, ਲੰਬੀਆਂ ਬੈਠਕਾਂ ਤੋਂ ਬਾਅਦ ਇਜਾਜ਼ਤ ਮਿਲੀ ਪਰ ਉਸ ਦੌਰਾਨ 26 ਜਨਵਰੀ ਦੇ ਦਿਨ ਕੁਝ ਅਜਿਹਾ ਹੋਇਆ ਜਿਸ ਤੋਂ ਬਾਅਦ ਕਿਸਾਨਾਂ ਦੇ ਉੱਪਰ ਵੀ ਸਵਾਲ ਉੱਠੇ ਤੇ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੀ ਇੰਨਾ ਕੁ ਮੁਸਤੈਦ ਹੋ ਗਿਆ ਕਿ ਦੁਬਾਰਾ ਕਿਸਾਨਾਂ ਦੀ ਦਿੱਲੀ ਦੇ ਵਿੱਚ ਐਂਟਰੀ ਦੇ ਉੱਪਰ ਖਾਸੀ ਜੋ ਹੈ ਉਹ ਪਾਬੰਦੀ ਲਗਾ ਦਿੱਤੀ ਗਈ। ਯਾਨੀ ਕਿ ਜਾਣਾ ਸੌਖਾ ਨਹੀਂ ਸੀ ਕਿਉਂਕਿ ਜੋ ਲਾਲ ਕਿਲੇ ਤੇ ਉੱਪਰ ਵਾਪਰਿਆ, ਜਿਸ ਤਰ੍ਹਾਂ ਉੱਪਰ ਝੰਡਾ ਲਹਿਰਾਇਆ ਗਿਆ, ਉੱਥੇ ਸ਼ਰਾਰਤੀ ਕਿਸਾਨਾਂ ਨੇ ਕਿਹਾ ਕਿ ਕੁਝ ਸ਼ਰਾਰਤੀ ਅੰਸਰ ਵਿੱਚ ਦਾਖਲ ਹੋਏ ਨੇ। ਅਸੀਂ ਕਿਸੇ ਨੂੰ ਕਾਲ ਨਹੀਂ ਦਿੱਤੀ ਸੀ ਕਿ ਜੋ ਉੱਥੇ ਜਾ ਕੇ ਇਸ ਤਰੀਕੇ ਦੇ ਨਾਲ ਹੰਗਾਮਾ ਕੀਤਾ ਜਾਵੇ। ਤਾਂ ਇਸ ਲਈ ਕਿਸਾਨਾਂ ਦੇ ਵੱਲੋਂ ਇਸ ਵਾਰ ਸੁਨਿਸ਼ਚਿਤ ਕੀਤਾ ਗਿਆ ਕਿ ਅਸੀਂ ਆਪ ਵੀ ਲਿਸਟਾਂ ਬਣਾ ਰਹੇ ਹਾਂ, ਆਪ ਵੀ ਆਈ ਕਾਰਡ ਤਿਆਰ ਕਰਕੇ ਇਹ ਸੁਨਿਸ਼ਚਿਤ ਕਰ ਰਹੇ ਹਾਂ ਕਿ ਸਾਨੂੰ ਪਤਾ ਹੋਵੇ ਕੌਣ-ਕੌਣ ਜੋ ਹੈ ਉਹ ਵਿੱਚ ਸ਼ਾਮਿਲ ਹੋ ਰਿਹਾ ਹੈ ਤਾਂ ਜੋ ਕਿਸਾਨ ਰਿਪੀਟ ਵੀ ਨਾ ਹੋਣ ਤੇ ਹਰ ਕਿਸੇ ਨੂੰ ਮੌਕਾ ਵੀ ਮਿਲ ਸਕੇ ਤੇ ਕੋਈ ਬਾਹਰ ਦਾ ਵਿਅਕਤੀ ਸ਼ਾਮਿਲ ਹੋ ਕੇ ਮਾਹੌਲ ਵੀ ਨਾ ਖਰਾਬ ਕਰੇ। ਬੂਟਾ ਸਿੰਘ ਬੁਰਜਗਿੱਲ ਸਾਡੇ ਨਾਲ ਜੁੜੇ ਨੇ, ਕਿਸਾਨ ਆਗੂ ਨੇ। ਤਾਂ ਬੂਟਾ ਸਿੰਘ ਬੁਰਜਗਿੱਲ ਜੀ, ਕਰੀਬ 6 ਮਹੀਨੇ ਬਾਅਦ ਅੱਜ ਦਿੱਲੀ ਦੇ ਵਿੱਚ ਦੁਬਾਰਾ ਐਂਟਰੀ ਹੋਣ ਜਾ ਰਹੀ ਹੈ, ਕਿਸ ਤਰ੍ਹਾਂ ਦੀ ਤਿਆਰੀ ਤੁਹਾਡੇ ਵੱਲੋਂ ਕੀਤੀ ਗਈ ਹੈ? ਦੇਖੋ ਤਿਆਰੀ ਮੈਡਮ ਅਸੀਂ 200 ਦਾ ਜਵਾਬ ਭੇਜ ਚੁੱਕੇ ਹਾਂ। ਹਾਂ, ਬੱਸਾਂ ਰਸਤੇ ਨੂੰ ਜਾ ਰਹੀਆਂ ਤੇ ਜਿੱਥੇ ਪੁਲਿਸ ਰੋਕੂਗੀ ਜੀ ਉੱਥੇ ਅਸੀਂ ਬਕਾਇਦਾ ਸੈਸ਼ਨ ਚਲਾਵਾਂਗੇ, ਜਿਵੇਂ ਪਾਰਲੀਮੈਂਟ ਅੰਦਰ ਸੈਸ਼ਨ ਚੱਲਦਾ ਨਾ ਜੀ ਜੀ, ਅਸੀਂ ਬਾਹਰ ਬੈਠ ਕੇ ਸੈਸ਼ਨ ਚਲਾਵਾਂਗੇ। ਬਕਾਇਦਾ ਸਪੀਕਰ ਹੋਊਗਾ, ਬਕਾਇਦਾ ਉਹ ਅੱਜ ਚਰਚਾ ਕਰਾਂਗੇ ਕਿ ਜਿਹੜਾ 2 ਮੰਡੀਆਂ ਦਾ ਕਾਨੂੰਨ ਹੈ ਉਹ ਕਿੰਨਾ ਖਤਰਨਾਕ ਹੈ, ਕਿਉਂ ਨਹੀਂ ਚਰਚਾ ਹੁੰਦੀ ਪਾਰਲੀਮੈਂਟ ਦੇ ਵਿੱਚ। ਬਰਾਬਰ ਅਸੀਂ ਪਾਰਲੀਮੈਂਟ ਚਲਾਵਾਂਗੇ ਜਿੰਨਾ ਚਿਰ ਸੈਸ਼ਨ ਚੱਲੇਗਾ। ਯਾਨੀ ਕਿ ਪ੍ਰੋਪਰ ਤੁਸੀਂ ਵੀ ਪੈਰਲਲ 9 ਅਗਸਤ ਤੱਕ ਉੱਥੇ ਧਰਨਾ ਵੀ ਦੇਵੋਗੇ ਤਾਂ ਤੁਸੀਂ ਕਹਿ ਰਹੇ ਹੋ ਕਿ ਉੱਥੇ ਪ੍ਰੋਪਰ ਸੈਟਅਪ ਵੀ ਇਸ ਤਰੀਕੇ ਨਾਲ ਲਗਾਇਆ ਜਾਵੇਗਾ ਕਿ ਇੱਕ ਸਪੀਕਰ ਹੈ, ਦੂਜੇ ਪਾਸੇ ਆਪੋ ਆਪਣੀ ਗੱਲ ਰੱਖਣ ਦਾ ਮੌਕਾ ਹਰ ਜਥੇਬੰਦੀ ਨੂੰ ਮਿਲੇਗਾ। ਹਾਂ, ਮਿਲੇਗਾ। ਤਾਂ ਬੂਟਾ ਸਿੰਘ ਬੁਰਜਗਿੱਲ ਜੀ, ਪਰ ਸਵਾਲ ਇੱਥੇ ਇਹ ਉੱਠਦਾ ਹੈ ਕਿ ਆਖਿਰਕਾਰ ਮਸਲਾ ਹੱਲ ਕਿਵੇਂ ਹੋਵੇਗਾ ਕਿਉਂਕਿ 9 ਅਗਸਤ ਤੱਕ ਤੁਸੀਂ ਇੱਥੇ ਧਰਨਾ ਲਗਾਓਗੇ, ਉਸ ਤੋਂ ਬਾਅਦ ਫਿਰ ਵਾਪਸ ਆਉਣਾ ਪਵੇਗਾ। ਬੀਜੇਪੀ ਲਗਾਤਾਰ ਕਹਿ ਰਹੀ ਹੈ ਕਿ ਅਸੀਂ ਤਰਕਸੰਗਤ ਗੱਲਾਂ ਮੰਨਣ ਦੇ ਲਈ ਤਿਆਰ ਹਾਂ ਪਰ ਕਾਨੂੰਨ ਤਾਂ ਰੱਦ ਨਹੀਂ ਹੋਣਗੇ। ਹਾਲ ਹੀ ਦੇ ਵਿੱਚ ਨਿਊਜ਼ 18 ਤੇ ਇੱਕ ਵਾਰ ਫਿਰ ਤੋਂ ਹਰਜੀਤ ਗਰੇਵਾਲ ਨੇ ਦੁਹਰਾਇਆ ਹੈ ਕਿ ਕਾਨੂੰਨ ਰੱਦ ਨਹੀਂ ਹੋਣਗੇ। ਦੇਖੋ ਇਹ ਮੈਡਮ ਅਗਲੀ ਬਾਤ ਹੋਊਗੀ, ਇੱਕ ਅਸੀਂ ਜੋ ਫੈਸਲਾ ਕਰਿਆ ਨਾ ਹੁਣ ਅਸੀਂ ਸੈਸ਼ਨ ਨਹੀਂ ਚੱਲਣ ਦੇਣਾ। ਹਾਂ, ਬਿਲਕੁਲ ਸੈਸ਼ਨ ਨਹੀਂ ਚੱਲਣ ਦੇਵਾਂਗੇ। ਜੇ ਪਾਰਲੀਮੈਂਟ ਦੇ ਵਿੱਚੋਂ ਜਿਹੜਾ ਵੀ ਐਮਪੀ ਬਾਹਰ ਆਊਗਾ, ਬਾਈਕਾਟ ਕਰਕੇ ਆਊਗਾ, ਜਿਸ ਢੰਗ ਨਾਲ ਬੀਜੇਪੀ ਦਾ ਵਿਰੋਧ ਹੁੰਦਾ ਨਾ ਉਸੇ ਢੰਗ ਦੇ ਨਾਲ ਉਸ ਪਾਰਟੀ ਦਾ ਵਿਰੋਧ ਹੋਊਗਾ। ਉਹਨਾਂ ਨੂੰ ਇਹੀ ਅਸੀਂ ਪੱਤਰ ਦਿੱਤੇ ਆ ਲਿਖ ਕੇ, ਚੇਤਾਵਨੀ ਪੱਤਰ ਕਿ ਵਾਗਲਕ ਕਰ ਲੈਣੇ, ਸੈਸ਼ਨ ਚੱਲਣ ਨਹੀਂ ਦੇਣਾ। ਜੇ ਚੱਲੂਗਾ ਤਾਂ ਜਦ ਤਿੰਨੇ ਕਾਨੂੰਨਾਂ ਤੇ ਚਰਚਾ ਹੋਊਗੀ ਫਿਰ ਚੱਲੂਗਾ। ਯਾਨੀ ਕਿ ਤੁਸੀਂ ਕਹਿੰਦੇ ਹੋ ਕਿ ਜਿਹੜਾ ਵਿਪ ਜਾਰੀ ਕੀਤਾ ਗਿਆ ਹੈ ਉਸ ਦੇ ਤਹਿਤ ਜੋ ਸਾਰੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਨੂੰ ਕਹਿ ਦਿੱਤਾ ਗਿਆ ਹੈ ਕਿ ਸਿਰਫ ਉਸੇ ਮੁੱਦੇ ਤੇ ਗੱਲ ਹੀ ਨਹੀਂ ਕਰਨੀ ਬਲਕਿ ਗੱਲ ਆਪਣੀ ਰੱਖਣੀ ਵੀ ਹੈ, ਨਾ ਕਿ ਸਿਰਫ ਗੱਲ ਛੇੜ ਕੇ ਤੇ ਵਾਕਆਊਟ ਕਰਕੇ ਬਾਹਰ ਆ ਜਾਣ।
नहीं करना फिर तो उन्होंने लाहा मिलता बीजेपी ਨੂੰ फिर तो पास कर जाते जो कुछ उन्होंने पास करना है। हाँ बिल्कुल सारिਆਂ ਨੂੰ ਇਹੀ ਕਿ ਦੇ ਵਿੱਚ ਲਿਖਿਆ ਹੈ ਕਿ ਖਾਲਸਾ ਕਰਨਾ ਨਹੀਂ ਤੇ ਫੈਸ਼ਨ ਚੱਲਣ ਨਹੀਂ ਦੇਣਾ। ਜੇ ਫੜ ਕੇ ਉਹਨਾਂ ਨੂੰ ਬਾਹਰ ਵੀ ਕੱਢ ਦਿੰਦੇ ਨਾ ਮੁੜ ਅੰਦਰ ਫੇਰ ਜਾਣਾ। बिल्कुल पक्का फैसला करा है। जे कोई कताही करूगा कोई भी एमपी ਉਹਦਾ ਹਾਸਰ ਫਿਰ ਬੀਜੇਪੀ ਵਾਲਾ ਹੋਊਗਾ। ਤਾਂ ਚਲੋ ਦੂਜੇ ਪਾਸੇ ਸੈਸ਼ਨ ਤਾਂ ਬੁਰਜ ਗਿੱਲ ਜੀ ਚੱਲਦਾ ਹੀ ਰਹਿਣਾ ਹੈ। ਇੱਧਰ ਜੰਤਰ ਮੰਤਰ ਦੀਆਂ ਵੀ ਤਸਵੀਰਾਂ ਅਸੀਂ ਆਪਣੇ ਦਰਸ਼ਕਾਂ ਨੂੰ ਦਿਖਾ ਰਹੇ ਹਾਂ। ਬੜੀ ਪੁਲਿਸ ਮੁਸਤੈਦ ਨਜ਼ਰ ਆ ਰਹੀ ਹੈ ਕਿਉਂਕਿ ਪੂਰੀ ਤਿਆਰੀ ਪੁਲਿਸ ਵੱਲੋਂ ਕੀਤੀ ਗਈ ਹੈ ਕਿ ਕਿਤੇ 26 ਜਨਵਰੀ ਵਾਂਗ ਦੁਬਾਰਾ ਅੱਜ ਮਾਹੌਲ ਨਾ ਬਣ ਜਾਵੇ। ਦੇਖੋ 26 ਜਨਵਰੀ ਵਾਲਾ ਮਾਹੌਲ ਸਰਕਾਰ ਨੇ ਬਣਾਇਆ ਸੀ, ਸਾਡੇ ਵੱਲੋਂ ਨਹੀਂ ਸੀ ਤੇ ਅਸੀਂ ਉਦੋਂ ਵੀ ਚਕੰਨੇ ਹੋਏ, ਚੌਕਸ ਹੋਏ, ਬਿਲਕੁਲ ਕੋਈ ਗੜਬੜ ਨਹੀਂ ਹੁੰਦੀ। ਤਾਂ ਬੁਰਜ ਗਿੱਲ ਜੀ 9 ਅਗਸਤ ਤੱਕ ਤੁਹਾਡਾ ਇਹ ਪ੍ਰਦਰਸ਼ਨ ਚੱਲਣਾ ਹੈ, ਉਸ ਤੋਂ ਬਾਅਦ 15 ਅਗਸਤ ਨੂੰ ਵੀ ਜ਼ਿਆਦਾ ਸਮਾਂ ਨਹੀਂ ਰਹਿ ਗਿਆ। ਕੋਈ ਅੱਗੇ ਵੀ ਹੋਰ ਰਣਨੀਤੀ ਬਣਾਈ ਜਾ ਰਹੀ ਹੈ ਕਿ 15 ਅਗਸਤ ਨੂੰ ਕਿਸ ਤਰ੍ਹਾਂ ਤਿਆਰੀ ਕਰਨੀ ਹੈ? ਬਣਾਵਾਂਗੇ ਰਣਨੀਤੀ ਬਣਾਵਾਂਗੇ। ਅਜੇ ਜਿੰਨਾ ਚਿਰ ਸੈਸ਼ਨ ਚੱਲਦਾ ਹੈ ਦੇਖੋ ਪਹਿਲਾਂ ਤਾਂ ਘਬਰਾਹਟ ਦੇ ਵਿੱਚ ਆ ਚੁੱਕਿਆ। ਇਹ 13 ਅਗਸਤ ਤੱਕ ਚੱਲਣਾ ਸੀ, ਇਹਨਾਂ ਨੇ 10 ਦਿਨ ਕੱਟ ਕੇ 3 ਅਗਸਤ ਕਰਤਾ। ਹਾਂ ਘਬਰਾਹਟ ਦੇ ਵਿੱਚ ਆਈ ਹੋਈ ਹੈ ਮਤਲਬ ਸਾਰੀ ਸਰਕਾਰ। ਚਲੋ ਖੈਰ, ਬੂਟਾ ਸਿੰਘ ਬੁਰਜ ਗਿੱਲ ਜੀ ਸ਼ੁਕਰੀਆ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇ ਨਾਲ ਜੁੜਨ ਦੇ ਲਈ। ਤਾਂ ਬੂਟਾ ਸਿੰਘ ਬੁਰਜ ਗਿੱਲ ਜਿਨ੍ਹਾਂ ਨੇ ਕਿਹਾ ਕਿ ਜੋ ਕਿਸਾਨਾਂ ਦਾ ਸੰਸਦ ਜੋ ਬਣਾਈ ਜਾਵੇਗੀ ਉਹ ਵੀ ਬਿਲਕੁਲ ਉਸੇ ਤਰੀਕੇ ਦੇ ਨਾਲ ਜਿਵੇਂ ਪਾਰਲੀਮੈਂਟ ਦੇ ਵਿੱਚ ਸੈਸ਼ਨ ਚੱਲਦਾ ਉਸੇ ਤਰੀਕੇ ਨਾਲ ਕਹਿੰਦੇ ਸਾਡਾ ਵੀ ਸੈਸ਼ਨ ਚੱਲੇਗਾ, ਸਾਡੇ ਵੱਲੋਂ ਵੀ ਇੱਕ ਸਪੀਕਰ ਹੋਵੇਗਾ ਤੇ ਸਾਡੇ ਵੱਲੋਂ ਵੀ ਜੋ ਹੈ ਉੱਥੇ ਉਸੇ ਤਰੀਕੇ ਦੇ ਨਾਲ ਕਾਰਵਾਈ ਹੈ ਉਹ ਚਲਾਈ ਜਾਵੇਗੀ ਕਿ ਹਰ ਜਥੇਬੰਦੀ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ ਜਾਵੇਗਾ। ਦੂਜੇ ਪਾਸੇ ਸਾਫ਼ ਤੌਰ ਤੇ ਹਿਦਾਇਤ ਨਹੀਂ ਕਹਿ ਸਕਦੇ, ਚੇਤਾਵਨੀ ਜੋ ਹੈ ਸਾਫ਼ ਤੌਰ ਤੇ ਜਾਰੀ ਕਰ ਦਿੱਤੀ ਗਈ ਹੈ ਕਿ ਜੋ ਵਿਰੋਧੀ ਸਾਂਸਦ ਨੇ, ਜੇਕਰ ਅਕਾਲੀ ਦਲ ਦੀ ਜਾਂ ਆਮ ਆਦਮੀ ਪਾਰਟੀ ਦੀ ਜਾਂ ਕਾਂਗਰਸ ਦੇ ਸਾਂਸਦਾਂ ਦੀ ਗੱਲ ਕੀਤੀ ਜਾਵੇ ਤਾਂ ਸਿਰਫ ਉਹਨਾਂ ਨੂੰ ਇਹ ਨਹੀਂ ਕਿਹਾ ਗਿਆ ਕਿ ਤੁਸੀਂ ਅੰਦਰ ਜਾ ਕੇ ਮੁੱਦੇ ਚੁੱਕਣੇ ਨੇ, ਬਲਕਿ ਸਾਫ਼ ਕਰ ਦਿੱਤਾ ਗਿਆ ਹੈ ਕਿ ਮੁੱਦੇ ਚੁੱਕਣੇ ਨੇ ਤੇ ਉੱਥੇ ਕੋਸ਼ਿਸ਼ ਕਰਨੀ ਹੈ ਕਿ ਉੱਥੇ ਹੋਰ ਕੋਈ ਗੱਲ ਨਾ ਹੋ ਪਾਵੇ ਤੇ ਜੇਕਰ ਤੁਸੀਂ ਵਾਕਆਊਟ ਕਰਕੇ ਬਾਹਰ ਆਉਂਦੇ ਹੋ ਤੇ ਫਿਰ ਵੀ ਤੁਹਾਡਾ ਵਿਰੋਧ ਹੋਵੇਗਾ। ਜੇਕਰ ਤੁਹਾਨੂੰ ਬਾਹਰ ਕੱਢਿਆ ਜਾਂਦਾ ਹੈ ਤਾਂ ਵੀ ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਦੁਬਾਰਾ ਅੰਦਰ ਜਾਓ। ਤਾਂ ਇਹ ਚੇਤਾਵਨੀ ਜੋ ਹੈ ਉਹ ਸਿੱਧੇ ਤੌਰ ਤੇ ਕਿਸਾਨਾਂ ਦੇ ਵੱਲੋਂ ਵਿਪ ਜਾਰੀ ਕਰਕੇ ਦੇ ਦਿੱਤੀ ਗਈ ਹੈ ਵਿਰੋਧੀ ਸਾਂਸਦਾਂ ਨੂੰ। ਦੂਜੇ ਪਾਸੇ ਰਵੀ ਮਿश्रा ਸਾਡੇ ਸਹਿਯੋਗੀ जुड़े ने, सीधा रुख करते हैं जंतर मंतर दा। तो रवि फिलहाल क्या कुछ अपडेट मिल रही है, कितना समय और लगेगा किसानों को पहुंचने के लिए? जी बिल्कुल, देखिए कुछ देर में किसान यहाँ पे पहुँच सकते हैं, इंतज़ार किया जा रहा है आपको। मगर बता दूँ कि देखिए नज़ारा क्या है यहाँ पर कि लगातार जो प्रशासन के जो आला अधिकारी है वो यहाँ पर अब पहुँच गए हैं और बैरिगेटिंग कर दी गई है, चारों तरफ से बैरिगेटिंग की गई है। प्रशासन के बड़े आला अधिकारी यहाँ मौजूद हैं, CRPF, रैपिड एक्शन फोर्स, तमाम जो बड़े आला अधिकारी है यहाँ पर नियुक्त किए गए हैं। सुबह से ही यहाँ पर जो पूरे जंतर मंतर को छावनी के रूप में तब्दील कर दिया गया है। आपको दिखा दूँ कि ये देख सकते हैं कि ये पीछे जो एक जो रास्ता बनाया गया है, माना जा रहा है कि उम्मीद की जा रही है कि इसी रास्ते से 5 बस यहाँ पे दाखिल होगी और सीधा जंतर मंतर के अंदर जाएगी। बस को सीधा अंदर ले जाया जाएगा ताकि बस के पास जहाँ पर जैसे कि बस यहाँ पर हमेशा होता है विज्ञान भवन के बाहर अफरा तफरी का माहौल बन जाता है, वैसी स्थिति ना हो, इसके लिए आला अधिकारियों ने ये निर्णय लिया है कि बस सीधा जंतर मंतर के अब अंदर ही दाखिल होगी और उसके बाद 5 बजे के बाद ये रास्ता खुलेगा, बैरिगेटिंग हटाई जाएगी और बस यहाँ से वापस रवाना होगी सिंगू बॉर्डर के लिए। मगर यहाँ पर पुलिस के लिए, प्रशासन के लिए एक बड़ी जिम्मेदारी इसलिए है क्योंकि यहाँ से 600 मीटर ही दूरी पर संसद भवन है, तो किसी प्रकार की हिंसा ना हो और सुचारू रूप से ये प्रोटेस्ट चले, ये भी जिम्मेदारी दिल्ली पुलिस के कंधों पर है। और शायद यही वजह है कि शासन प्रशासन के बड़े आला अधिकारी यहाँ पर मौके स्थान पर यहाँ पर पहुँचे हुए हैं और समीक्षा की जा रही है कि सब कुछ ठीक है। जो किसान यहाँ पर आएंगे सबका ID कार्ड चेक किया जाएगा। संयुक्त किसान मोर्चा की तरफ से ये ID कार्ड दिया गया है, उस पर संयुक्त किसान मोर्चा की मोहर लगी हुई है, जिसको देखने के बाद तमाम किसान यहाँ पर अंदर दाखिल होंगे, विरोध जताएंगे और 5 बजे यहाँ से वापस सिंगू बॉर्डर के लिए रवाना हो जाएंगे। ये जो प्रक्रिया है लगातार चलती रहेगी और आगामी 9 अगस्त तक चलेगी। मगर जिस दिन संसद भवन का सत्र नहीं होगा, बंद होगा संसद भवन, उस दिन यहाँ पर विरोध नहीं जताया जाएगा। अन्यथा आगामी 9 अगस्त तक यहाँ पर इनको मंजूरी मिल गई है। लगातार दिल्ली पुलिस और किसानों के बीच में ये बैठक हुई और किसानों को पुलिस ने अब मंजूरी दे दी है। किसान लंबे समय से चाह रहे थे कि वो दिल्ली आए, तो वो आज दिल्ली पहुँच रहे हैं और किसानों की आंदोलन की दृष्टिकोण से देखें तो बेहद महत्वपूर्ण दिन है आज का। और देखना ये होगा कि आज की पूरी दिनचर्या कैसी होती है और इसका सरकार पर कितना असर पड़ता है, ये देखने वाली बात होगी। जी
बिल्कुल रवि, तो अपने दर्शकों को बता दें हम कि ज्यादा समय नहीं है, बस अब कुछ ही देर में किसान जो है वो पहुंच जाएंगे, क्योंकि बिल्कुल पास तक पहुंच चुके हैं। रवि, अगर बात की जाए आज की दिनचर्या की, तो जैसे किसान नेताओं से हमारी बात हो रही है तो वो बता रहे हैं कि जैसे पार्लियामेंट का सेशन चल रहा है उसी तरीके से कहते हैं कि हमारा सेशन भी चलेगा, बाकायदा हमारी ओर से भी एक स्पीकर बनाया जाएगा और दूसरी ओर हम अपनी अपनी बात रखेंगे, यानी कि पूरे एक सेशन की तरह ही किसान भी अपनी कार्यवाही आज पूरे दिन की करेंगे। बिल्कुल, किसान संसद नाम दिया गया है इस सभा का, और दूसरी तरफ क्या कहा जा रहा है कि किसान संसद बनाम देश की संसद। जी हाँ, जिस तरीके से संसद भवन में पूरी प्रक्रिया होती है, कार्रवाई होती है, उसी प्रकार यहाँ भी किसान अपनी बात को रखेंगे और एक एक कर कर सबको मौका मिलेगा, अपनी अपनी बात समय के अनुसार सब करेंगे। और 3 कृषि कानून के विरोध में किसान ये अपनी आवाज़ आज जंतर मंतर तक लाने में कामयाब हो चुके हैं। ये कहा जा सकता है चूँकि काफ़ी लंबे समय से 8 महीने तकरीबन होने वाले हैं किसान दिल्ली की सरहदों पर बैठे हुए हैं और वो इंतज़ार कर रहे थे कि उन्हें दिल्ली आना है, दिल्ली में प्रोटेस्ट करना है। उन्होंने अनाउंस किया था कि 22 तारीख को संसद भवन के बाहर वो प्रोटेस्ट करेंगे, मगर उसकी मंजूरी नहीं मिली। उसके बजाय उनको जंतर मंतर पर विरोध प्रदर्शन करने की इजाज़त मिली है। और आप देख सकते हैं कि अब इंतज़ार किया जा रहा है उन 5 बसों का जो कि सिंगू बॉर्डर से रवाना हो चुकी है और महज कुछ ही क्षण में वो यहाँ पर पहुँचेगी, जिसके बाद बस सीधा अंदर दाखिल होगी और किसान अपनी सभा की जो आगाज़ कर पाएंगे, शुरुआत कर पाएंगे। और देखना ये होगा कि 5 बजे तक किसान यहाँ पर क्या कुछ बोलते हैं और पूरी दिनचर्या किस प्रकार रहती है, ये देखने वाली बात होगी। जी बिल्कुल रवि, तो फिलहाल जैसे ही किसान यहाँ पर पहुंचेंगे तब तस्वीर कैसी होती है वो भी हम देखेंगे। आप तस्वीरें दर्शकों के साथ ऐसे ही साझा करते रहिए। कुछ देर में फिर से आपका रुख करते हैं। फिलहाल साडे नाल पंजाब भाजपा दे आगू ने सुरजीत जियाणी जुड़े ने। तो सुरजीत जियाणी जी, पार्लीमेंट के बराबर किसानों ने अपनी भी संसद लगा ली है, अज तो किसान जंतर मंतर ते सैशन कहते असीं भी अपना पूरा चला रहे हैं, किस तरह देखते हो? देखो जी, बाकी तो प्रजातंत्र देश है, किसानों की मर्जी है और किसान की चाहते हैं अजे मैं खुद किसान आ, समझ मैनू नहीं आ रही। और असी किसान जथेबंदियों कहा सी कि भी तुसी सानू तो दसो किसानों नू, जे किसान मैं पूछ रहा भी तुसी साडे वास्ते की करना चाहते हो, काड़ा किस चीज का भला करना चाहते हो, ये दसो तो सही। ये कुछ नहीं दसदे। एक कोई गल है कि कानून रद्द करो और ਉਹਦੇ ਵਿੱਚ सरकार ने किथे ही कसर नहीं छड्डी और हर एक चीज मन्नी है। और सरकार कहती है भी कानून व्यवस्था है, अच्छी प्रपोजल है पा देने। मैंने ये समझ नहीं आती ये हो की रहा है। ये किसान जथेबंदियां देश का और पंजाब का सत्यानाश और किसानी का सत्यानाश करने लगे हुए। पर सुरजीत जियाणी जी, लगातार किसान आगू भी जुड़ रहे ने, वो साफ तौर पर कह रहे हैं, कहते गल तां असीं 11 दौर की बैठकों के दस ही चुके हैं। खास तौर पर तुहाडा ते हरजीत ग्रेवाल का जो नाम आउंदा है, कहते तुहानूं तां ज़्यादा दस चुके हैं कि तुसीं विचोले बन के साडी अगे गल पहुंचा दो कि असीं अज तक एक गल नहीं दसी की दस्या की इन्हां ने दसो, क्योंकि वो तो कहते हैं कि कानून वापसी तो घट कुछ भी मंजूर नहीं है। कानून जो है ही नहीं। एक उदाहरण तौर पर देता इन्होंने एक उदाहरण देती अमित शाह जी ने कि भी कानून एक व्यवस्था है, कानून एक डब्बा है, असी ਇਹਦੇ ਵਿੱਚ ਲੱਡੂ ਪਾਤੇ, ਤੁਹਾਨੂੰ ਲੱਡੂ पसंद नहीं है ਤੁਸੀਂ जलेबी पा लो और बोलो। पैकिंग की लोड़ है, डब्बे की लोड़ है, कानून की लोड़ है। नहीं सुरजीत जियाणी जी, फिर गल देखो हर बार घूम फिर के गल तो उत्थे आ जाती। वो कहते जो अंदरों सारी मिठाई कढ़ ही लई तो फिर खाली डब्बा रख के की करना है, तुसी डब्बा भी वापस कर दो ना। नहीं फिर की डब्बे की लोड़ नहीं। जे असी कोई कानून जिहड़ा है किसान हित विच लेके आना है, वो सानू कानून की तो लोड़ है कि नहीं? कानून की लोड़ है ना, है तो दसो भी कानून की कोई लोड़ नहीं है। पर वो कहते चलो फिर भविख दे विच अगे बैठ के देखांगे कि जदों विचारां होणगियां कि किसान माहिर भी जुड़नगे, फिर कहते नवें सिरों तो आपां चीज़ां देखांगे। एक बारी तो कहते तुसीं गल मन्नो क्योंकि मसला तो हल होवे एक बारी। अमृत जी इन्हां दे देखो आपदे इज्जत दा सवाल बना रखिया, इज्जत दा बना रखिया, लोकां नूं परेशान कर रहे ने और नाल स्टेजां दे उत्ते कहंदे साडा जिहड़ा अमन शांति चली जाती है और इत्थे स्टेजां ते नाल कही जांदे ने ओनू नहीं वड़न देंगे, ओनू नहीं वड़न देंगे, लाठी सोटे डांगा जिस तरह दी काम कर रहे ने। और जैसे हरजीत ग्रेवाल दी फसलबाद ना किसान ये काम नहीं करता। ਇਹਦੇ ਵਿੱਚ ਕੀ ਹੈ कि मैं कहना किसानां दी आड़ दे विच शरारती अंसर ਜਿਹੜੇ देश ਨੂੰ एक गलत पासे लेके जा रहे ने। एक इनू इन दिशा कोई और दिशा दी जा रही है। जो देखो गल सुनो,
ਇਹ ਟਕੈਤ ਦਾ ਫਾਦਰ ਸੀਗੇ ਮਹਿੰਦਰ ਸਿੰਘ ਟਕੈਤ, ਔਰ ਸਾਡੇ ਕੋਲ ਯੂਨੀਅਨ ਹਮੇਸ਼ਾ ਹੀ ਆਂਦੀ ਰਹੀ ਹੈ, ਯੂਨੀਅਨ ਹਮੇਸ਼ਾ ਸੰਘਰਸ਼ ਕਰਦੀਆਂ। ਉਹ ਟਕੈਤ ਸਾਹਿਬ ਦਾ ਇੱਕ ਬਿਆਨ ਸੀਗਾ ਮਹਿੰਦਰ ਸਿੰਘ ਟਕੈਤ, ਉਹ ਕਹਿੰਦੇ ਵੀ ਠੀਕ ਹੈ ਸਰਕਾਰ ਕੋਲ 1 ਰੁਪਈਆ ਅਸੀਂ ਮੰਗਦੇ ਹਾਂ, ਜੇ ਸਾਨੂੰ 50 ਪੈਸੇ ਮਿਲ ਜਾਣ ਅਸੀਂ ਖੁਸ਼ੀ ਵਾਪਸ ਆ ਜਾਂਦੇ ਹਾਂ, ਵੀ 50 ਤਾਂ ਸਾਡੇ ਪੂਰੇ ਹੋਏ, 50 ਦਾ ਸੰਘਰਸ਼ ਫੇਰ ਕਰਾਂਗੇ। ਜਿੱਦ ਕਰਦੀ ਹੈ, ਕਦੇ ਯੂਨੀਅਨ ਜਿੱਦ ਨਹੀਂ ਕਰਦੀ ਹੁੰਦੀ। ਠੀਕ ਹੈ ਸਰਕਾਰ ਨਾਲ ਬੈਠੇ ਗੱਲ ਹੁੰਦੀ ਹੈ, ਅੱਜ ਤੱਕ ਇਹ ਸਰਕਾਰ ਨਾਲ ਬੈਠੇ ਹੀ ਨਹੀਂ। ਚਲੋ ਇੱਕ ਹੋਰ ਨਵੀਂ ਗੱਲ ਸੁਰਜੀਤ ਜਾਨੀ ਜੀ, ਸਿਆਸਤਦਾਨ ਦੇ ਤੌਰ ਤੇ ਬੜੇ ਵਿਪ ਤੁਸੀਂ ਦੇਖੇ ਹੋਣਗੇ ਜਾਰੀ ਹੁੰਦੇ ਸਿਆਸੀ ਪਾਰਟੀਆਂ 'ਚ, ਪਰ ਕਿਸਾਨਾਂ ਨੇ ਵੀ ਇਸ ਵਾਰ ਵਿਪ ਜਾਰੀ ਕਰ ਦਿੱਤਾ ਹੈ ਸਾਰੇ ਵਿਰੋਧੀ ਸਾਂਸਦਾਂ ਨੂੰ। ਕਹਿੰਦੇ ਅੰਦਰ ਪਾਰਲੀਮੈਂਟ ਦੇ ਜੇਕਰ ਤੁਸੀਂ ਕਿਸਾਨਾਂ ਦੇ ਮੁੱਦਿਆਂ ਤੋਂ ਇਲਾਵਾ ਕਿਸੇ ਹੋਰ ਚੀਜ਼ ਤੇ ਫੋਕਸ ਕੀਤਾ ਤਾਂ ਫਿਰ ਬਾਹਰ ਆ ਕੇ ਕਹਿੰਦੇ ਜਿੱਦਾਂ ਬੀਜੇਪੀ ਦੇ ਨਾਲ ਹੋ ਰਿਹਾ ਹੈ ਉਵੇਂ ਹੀ ਫਿਰ ਕਾਂਗਰਸ ਅਕਾਲੀ ਦਲ ਤੇ ਆਪ ਨਾਲ ਵੀ ਹੋਵੇਗਾ। ਠੀਕ ਹੈ ਠੀਕ ਹੈ, ਪਰ ਇਹ ਗਲਤ ਹੈ ਨਾ ਜੀ। ਫਿਰ ਕਾਹਦੇ ਇਹ ਕੀ ਚੀਜ਼ ਕੀ ਹੈ? ਯਾਨੀ ਕਿ ਪ੍ਰਜਾਤੰਤਰ ਦੇਸ਼ ਦੇ ਵਿੱਚ ਆਪ ਦੀ ਆਵਾਜ਼ ਰੱਖਣ ਦਾ ਹੱਕ ਕਿਸੇ ਨੂੰ ਨਹੀਂ ਦੇ ਰਹੇ। ਇਹ ਟਾਰਚਰ ਕਰ ਰਹੇ ਨੇ, ਇਹ ਡਰਾ ਰਹੇ ਨੇ, ਇਹ ਧਮਕਾ ਰਹੇ ਨੇ। ਪਤਾ ਨਹੀਂ ਕੌਣ ਸੀ ਸ਼ਕਤੀ, ਕਿਹੜੀਆਂ ਤਾਕਤਾਂ ਇਹਨਾਂ ਦੇ ਪਿੱਛੇ ਕੰਮ ਕਰ ਰਹੀਆਂ। ਇਹ ਡਰਾਉਣ ਦੇ ਧਮਕਾਉਣ ਦੇ ਮੀਡੀਆ ਡਰ ਰਿਹਾ, ਮੀਡੀਆ ਨੇ ਤਾਂ ਨਹੀਂ ਡਰ ਰਿਹਾ। ਮੀਡੀਆ ਤੋਂ ਜਾ ਕੇ ਅਸਲੀ ਗੱਲ ਕਰਨ ਨੂੰ ਤਿਆਰ ਨਹੀਂ ਹੈ। ਔਰ ਅੱਗੇ ਮੀਡੀਆ ਨਾਲ ਜਿਹੜੀ ਉੱਥੇ ਹੋ ਰਹੀ ਹੈ, ਕੈਮਰੇ ਤੋੜ ਦਿੱਤੇ ਗਏ, ਕੁੜੀਆਂ ਤੱਕ ਕੁੱਟੀਆਂ ਗਈਆਂ। ਇਹ ਕੋਈ ਕਿਸਾਨ ਤੇ ਇਹ ਕਿਸਾਨ ਸੰਘਰਸ਼ ਹੋ ਰਿਹਾ, ਇਹ ਕਿਸਾਨ ਜਥੇਬੰਦੀਆਂ ਇਹ ਕੰਮ ਕਦੇ ਇਹਨਾਂ ਨੇ ਨਿੰਦਾ ਕੀਤੀ ਹੈ? ਇੱਥੋਂ ਤੱਕ ਕਿ ਐਮਐਲਏ ਨੂੰ ਨੰਗਾ ਕਰ ਦਿੱਤਾ ਗਿਆ, ਉੱਥੇ ਉਹਦੇ ਵਾਸਤੇ ਕਿਸੇ ਨੇ ਹਾਂ ਦਾ ਨਾਰਾ ਮਾਰਿਆ? ਇਹਨਾਂ ਨੂੰ ਮੋਦੀ ਸਾਹਿਬ ਦੇ ਕਿੱਥੇ ਪੁਤਲੇ ਫੋਕ ਦੇਣ, ਕਿੰਨੇ ਅਪਸ਼ਬਦਾਵਲੀ ਵਰਤੀ ਜਾ ਰਹੀ ਹੈ। ਔਰ ਇਹਨਾਂ ਵਾਸਤੇ ਕੋਈ ਮਾੜੀ ਜੀ ਗੱਲ ਕਹਿ ਦਿੰਦੇ, ਆਹ ਕਹਿਤਾ ਸਾਨੂੰ, ਇਹ ਕਹਿਤਾ ਸਾਨੂੰ। ਚਲੋ ਸੁਰਜੀਤ ਜਾਨੀ ਜੀ ਆਖਰੀ ਸਵਾਲ ਹੈ, ਸਵਾਲ ਆਖਰੀ ਹੈ ਪਰ ਸਵਾਲ ਸਭ ਤੋਂ ਵੱਡਾ ਹੈ ਜਿਸ ਦਾ ਇੰਤਜ਼ਾਰ ਪੂਰੇ ਦੇਸ਼ ਨੂੰ ਹੈ ਕਿ ਮਸਲੇ ਦਾ ਫਿਰ ਹੱਲ ਕਿਸ ਤਰ੍ਹਾਂ ਦੇਖਦੇ ਹੋ, ਕਿਵੇਂ ਹੋਵੇਗਾ? ਫਿਰ 8 ਮਹੀਨੇ ਤਾਂ ਅੱਗੇ ਹੋ ਗਏ ਨੇ, ਕੀ ਲੱਗਦਾ ਹੈ ਕਿ ਅੱਗੇ ਫਿਰ ਇਲੈਕਸ਼ਨ ਵੀ ਆ ਰਹੀ ਹੈ, ਬੀਜੇਪੀ ਦਾ ਵੀ ਬਾਹਰ ਨਿਕਲਣਾ ਮੁਸ਼ਕਿਲ ਹੋ ਰਿਹਾ ਹੈ, ਮਸਲੇ ਦਾ ਹੱਲ ਕਿਵੇਂ ਹੋਵੇਗਾ? ਦੇਖੋ ਮਸਲੇ ਦਾ ਹੱਲ ਆ ਹੈ ਕਿਸਾਨ ਜਥੇਬੰਦੀਆਂ ਕਿਸਾਨ ਹਿੱਤ ਵਿੱਚ ਗੱਲ ਕਰਨ, ਜੋ ਚਾਹਣ। ਦੇਖੋ ਅਸੀਂ ਇੱਥੋਂ ਤੱਕ ਕਹਿਤਾ ਸੀ, ਮੈਂ ਰਾਜੇਵਾਲ ਨਾਲ ਗੱਲ ਕੀਤੀ, ਡਾਕਟਰ ਦਰਸ਼ਨਪਾਲ ਨਾਲ ਗੱਲ ਕੀਤੀ ਔਰ ਅਮਿਤ ਸ਼ਾਹ ਜੀ ਨਾਲ ਗੱਲ ਕੀਤੀ। ਮੈਂ ਕਿਹਾ ਜੀ ਕਿਸਾਨ ਜਿਹੜਾ ਹੈ ਜੀ ਕਰਜ਼ੇ ਨਾਲ ਹੈ ਦੱਬਿਆ ਹੋਇਆ, ਮੱਕੜ ਜਾਲ 'ਚ ਫੁਸ ਗਿਆ, ਕਿਸਾਨ ਨੂੰ ਇੱਕ ਵਾਰੀ ਕਰਜ਼ੇ ਤੋਂ ਕੱਢੋ। ਔਰ ਕਿਸ ਤਰ੍ਹਾਂ ਇੱਕ ਸੁਝਾਅ ਵੀ ਆਇਆ, ਸੁਝਾਅ ਵੀ ਅਸੀਂ ਦਿੱਤਾ ਕਿ ਮੈਂ ਕਿਹਾ ਜੀ ਸਿਰਫ ਬੈਂਕਾਂ ਦੇ ਜਿਹਦੇ ਕਰਜ਼ਾਇਤੀ ਹੋ ਗਏ ਡਿਫਾਲਟਰ ਕਿਸਾਨ, ਉਹਨਾਂ ਦਾ ਵਿਆਜ ਜਿਹੜਾ ਹੈ ਉਹ ਛਡਾ ਦਿੱਤਾ ਜਾਏ। ਵਿਆਜ ਨਾਲ ਕਿਸਾਨ ਮਰ ਰਿਹਾ ਹੈ, ਵਿਆਜ ਛਡਾ ਦਿੱਤਾ ਜਾਵੇ। ਮੂਲ ਜਿਹੜਾ ਕੋਈ ਰਹਿੰਦਾ ਹੈ ਕਿਸੇ ਦਾ ਉਹ ਕਿਸ਼ਤਾਂ ਨਾਲ ਉਹਦਾ ਭਰਾਇਆ ਜਾਵੇ। ਉਹ ਡਿਫਾਲਟਰ ਖਾਤੇ ਤੋਂ ਕਿਸਾਨ ਨੂੰ ਬਾਹਰ ਕੱਢ। ਅੱਜ ਕਿਸਾਨ ਦਾ ਚੱਕਾ ਜਾਮ ਹੋਇਆ ਪਿਆ ਹੈ। ਉਹ ਕਿਸਾਨ ਜਥੇਬੰਦੀਆਂ ਜਿਹੜੀ ਕਿਸਾਨਾਂ ਦੇ ਹਿੱਤ ਦੀ ਗੱਲ ਕਰਦੀ ਹੈ, ਮੈਨੂੰ ਨਹੀਂ ਸਮਝ ਆਉਂਦੀ ਕਿਹੜਾ ਹਿੱਤ ਹੈ ਇਹਨਾਂ ਦਾ। ਗੰਦਾ ਪਾਣੀ ਨਹਿਰਾਂ 'ਚ ਆ ਰਿਹਾ ਹੈ, ਉਹਦੀ ਇਹ ਗੱਲ ਨਹੀਂ ਕਰਦੇ। ਅਵਾਰ ਬੇਸਹਾਰਾ ਪਸ਼ੂਆਂ ਦੀ ਗੱਲ, ਕਿਸਾਨਾਂ ਨੂੰ ਸਮੱਸਿਆ ਉਹਦੀ ਗੱਲ ਨਹੀਂ ਕਰਦੇ। ਬਿਜਲੀ ਦੀ ਉਹ ਗੱਲ ਨਹੀਂ ਕਰਦੇ। ਅੱਜ ਕਰਪਸ਼ਨ ਪੰਜਾਬ ਦੇ ਵਿੱਚ ਕਿਸਾਨ ਨੂੰ ਕਿਸ ਤਰ੍ਹਾਂ ਹਰੇਕ ਮਹਿਕਮਾ ਲੁੱਟ ਰਿਹਾ, ਉਹਦੀ ਇਹ ਗੱਲ ਨਹੀਂ ਕਰਦੇ। ਇਹ ਤਾਂ ਮਤਲਬ ਕਿ ਜੀ ਮੋਦੀ ਸਾਹਿਬ ਦੀ ਨੱਕ ਵੱਢਣਾ ਚਾਹੁੰਦੇ ਹੈ। ਇਹਨਾਂ ਦੀ ਕੋਈ ਕਿਸਾਨ ਚਲੋ ਫਿਲਹਾਲ ਸੁਰਜੀਤ ਜਾਨੀ ਜੀ ਤੁਸੀਂ ਕਹਿ ਰਹੇ ਹੋ ਕਿਸਾਨ ਅੜੇ ਹੋਏ ਨੇ, ਕਿਸਾਨ ਕਹਿ ਰਹੀ ਹੈ ਸਰਕਾਰ ਜ਼ਿੱਦ ਤੇ ਆ, ਪਰ ਮਸਲੇ ਦਾ ਹੱਲ ਕਿਵੇਂ ਹੋਵੇਗਾ ਸਵਾਲ ਵੱਡਾ ਬਰਕਰਾਰ ਹੈ। ਸ਼ੁਕਰੀਆ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇ ਨਾਲ ਗੱਲਬਾਤ ਕਰਨ ਦੇ ਲਈ। ਤਾਂ ਸੁਰਜੀਤ ਜਾਨੀ ਬੀਜੇਪੀ ਆਗੂ ਜੋ ਤਿੱਖੇ ਕਹਿ ਸਕਦੇ ਹਾਂ ਕਿ ਇਸ ਵਾਰ ਬੋਲ ਜੋ ਉਹਨਾਂ ਦੇ ਨਜ਼ਰ ਆ ਰਹੇ ਨੇ, ਗੁੱਸਾ ਹੈ ਕਿਉਂਕਿ ਬੀਜੇਪੀ ਦੇ ਵਰਕਰਾਂ ਤੇ ਲੀਡਰਾਂ ਤੇ ਜਿਸ ਤਰ੍ਹਾਂ ਹਮਲੇ ਹੋ ਰਹੇ ਨੇ, ਗੁੱਸਾ ਹੈ। ਕਹਿੰਦੇ ਕਿ ਇਸ ਤਰ੍ਹਾਂ ਜੋ ਹੈ ਲੋਕਤੰਤਰ ਦੇ ਵਿੱਚ ਜੇਕਰ ਕਿਸਾਨਾਂ ਨੂੰ ਆਪਣੀ ਆਵਾਜ਼ ਚੁੱਕਣ ਦੀ ਆਜ਼ਾਦੀ ਹੈ ਫਿਰ ਉਸੇ ਤਰ੍ਹਾਂ ਹਰ ਕਿਸੇ ਨੂੰ ਬਾਹਰ ਆਉਣ ਦੀ ਆਜ਼ਾਦੀ ਹੈ। ਤਾਂ ਇਸ ਤਰ੍ਹਾਂ ਕਹਿ ਰਹੇ ਨੇ ਕਿ ਜੋ ਤਾਕਤਾਂ ਹੈ, ਕੋਈ ਹੋਰ ਤਾਕਤਾਂ ਜੋ ਕਿਸਾਨਾਂ ਦੇ ਪਿੱਛੇ ਕੰਮ ਕਰ ਰਹੀਆਂ ਨੇ, ਜੋ ਆੜ ਦੇ ਵਿੱਚ ਕਿਸਾਨਾਂ ਦੀ ਆੜ ਦੇ ਵਿੱਚ ਪ੍ਰਧਾਨ ਮੰਤਰੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ। ਤੇ ਦੂਜੇ ਪਾਸੇ ਹੁਣ ਕਿਸਾਨ ਜੋ ਨੇ ਜੰਤਰ ਮੰਤਰ ਤੇ ਤਕਰੀਬਨ ਪਹੁੰਚ ਹੀ ਗਏ ਨੇ। ਉਸ ਤੋਂ ਬਾਅਦ ਅੱਜ ਪੂਰਾ ਦਿਨ ਕਿਸਾਨਾਂ ਦੀ ਇੱਥੇ ਪਾਰਲੀਮੈਂਟ ਵਾਂਗੂ ਸੈਸ਼ਨ ਚੱਲੇਗਾ। ਕਿਸਾਨਾਂ ਨੇ ਆਪਣੀ ਸੰਸਦ ਇਸ ਨੂੰ ਨਾਮ ਦਿੱਤਾ ਗਿਆ ਹੈ। ਤਾਂ ਕਿਸ ਤਰ੍ਹਾਂ ਦੀਆਂ ਤਸਵੀਰਾਂ ਜੋ ਲਗਾਤਾਰ ਸਾਹਮਣੇ ਆ ਰਹੀਆਂ ਨੇ, ਅੱਜ 5 ਵਜੇ ਤੱਕ ਕਿਸ ਤਰ੍ਹਾਂ ਦੀ ਕਾਰਵਾਈ ਜੋ ਹੈ ਉਹ ਸਾਹਮਣੇ ਆਉਂਦੀ ਹੈ, ਉਹ ਪਲ ਪਲ ਦੀ ਅਪਡੇਟ, ਪਲ ਪਲ ਦੀ ਤਸਵੀਰ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਸਭ ਤੋਂ ਪਹਿਲਾਂ ਸਾਂਝੀ ਕਰਾਂਗੇ ਕਿ ਜੰਤਰ ਮੰਤਰ ਤੇ ਕਿਸਾਨਾਂ ਦੀ ਸੰਸਦ ਕਿਸ ਤਰ੍ਹਾਂ ਦੀ ਹੁੰਦੀ ਹੈ। ਲਗਾਤਾਰ ਨਜ਼ਰ ਬਣੀ ਹੋਈ ਹੈ।